आखिरकार ਸਰਵਾਈਕਲ ਕੈਂਸਰ ਪਨਪ ਕਿਉਂ ਰਿਹਾ? किस तरीके दे नाल लगातार इस दे मामले वधदे जा रहे हैं? हालांकि साइंस दे विच भी वाधा होया, मैडिकल दे विच भी वाधा होया, लेकिन इस दे कारण की नहीं? ये औरतां दे बच्चेदानी दे मूंह दे कैंसर दा उसे सदका उसे वायरस सदका पुरुषां दे गले दा कैंसर भी होण लग पिया। ये वायरस बड़ी कमाल दी जे चुप चुपीते आके बह जांदी है चमड़ी दे उपर। सिर्फ एक बार जिंदगी च शरीरक संबंध बन जाण ਤਾਂ ਇਹ ਬਾਹਰ ਬੈਠੀ ਵਾਇਰਸ ਵੀ ਆਲੇ ਦੁਆਲੇ ਤਾਂ ਵੀ ਇਹ ਦੂਸਰੇ ਤੱਕ ਪਹੁੰਚ ਜਾਂਦੀ ਹੈ। 21 ਤੋਂ 31 ਸਾਲਾਂ ਦੀ ਉਮਰ ਦੇ ਵਿੱਚ 3 ਸਾਲਾਂ ਬਾਅਦ ਉਹ ਟੈਸਟ ਕਰਾਉਣਾ ਲਾਜ਼ਮੀ, ਯਾਨੀ ਕਿ ਇਹ ਚੀਜ਼ ਪਾਈ ਗਈ ਹੈ ਕਿ ਜਿਹੜੀ ਨੌਜਵਾਨੀ ਵਾਲੀ ਉਮਰ ਹੈ, ਜਿਹੜੀ ਨੌਜਵਾਨ ਕੁੜੀਆਂ ਨੇ 21 ਤੋਂ 31 ਸਾਲ ਦੀ, ਉਹਨਾਂ ਦੇ ਵਿੱਚ ਜ਼ਿਆਦਾ ਵੱਧ ਚਾਂਸਸ ਨੇ ਕਿ ਹੋ ਸਕਦੇ। ਇਹ ਮੈਕਸਿਮਮ ਨੋਟ ਕੀਤਾ ਗਿਆ ਕਿ ਇਸ ਏਜ ਦੇ ਦੌਰਾਨ ਕੀ ਹੁੰਦਾ ਜੇ, ਤੇ ਖਾਸ ਤੌਰ ਤੇ ਉਦੋਂ ਹੀ ਇਹ ਮੈਨੇਜੇਬਲ ਏਜ ਵੀ ਆਉਂਦੀ ਜੇ। ਇੱਕ ਤਰੀਕੇ ਕੈਂਸਰ ਨੂੰ ਅਸੀਂ ਕਹਿੰਦੇ ਸਾਇਲੈਂਟ ਕਿਲਰ ਤਾਂ ਹੀ ਹੈ, ਜਿਵੇਂ ਬਲੱਡ ਪ੍ਰੈਸ਼ਰ ਜਾਂ ਸ਼ੂਗਰ ਸਾਨੂੰ ਬੜੇ ਸੁੱਤਿਆਂ ਪਿਆਂ ਹੀ ਮਾਰ ਦਿੰਦੀ, ਪਤਾ ਹੀ ਨਹੀਂ ਲੱਗਦਾ ਬਿਲਕੁਲ। ਉਂਝ ਇਹ ਕੈਂਸਰ ਕਦੋਂ ਫੈਲ ਕੇ ਤਬਾਹੀ ਮਚਾ ਗਿਆ ਸਰੀਰ ਅੰਦਰ, ਉਦੋਂ ਹੀ ਪਤਾ ਲੱਗਦਾ। ਜਿੰਨੇ ਜ਼ਿਆਦਾ ਬੱਚੇ ਜੰਮੇ ਹੋਣ ਉਨੇ ਜ਼ਿਆਦਾ ਸਰੀਰਕ ਸੰਬੰਧ ਹੋਣਗੇ, ਉਨੇ ਜ਼ਿਆਦਾ ਵਾਰ ਯਾਨੀ ਜਿੰਨੇ ਜਦੋਂ ਆਪਰੇਸ਼ਨ ਹੋਏ ਜਾਂ ਨਾਰਮਲ ਡਿਲੀਵਰੀ ਹੋਈ ਉਨੀ ਛੇੜਛਾੜ ਵੱਧ ਹੋਏਗੀ, ਉਨੀ ਉਹ ਵਾਇਰਸ ਵੱਧ ਫੈਲਦੀ ਜੇ। ਦਵਾਈਆਂ ਦੇਣ ਲੱਗ ਜਾਂਦੇ ਔਰ ਸਟੀਰੋਇਡ ਭਾਰੀ ਮਾਤਰਾ ਵਿੱਚ ਵਰਤੇ ਜਾ ਰਹੇ ਨੇ, ਜਾਂ ਕੁਝ ਜਿਨ੍ਹਾਂ ਦੇ ਬਿਮਾਰੀ ਹੀ ਅਜਿਹੀ ਹੈ ਜਿਸ ਵਿੱਚ ਸਟੀਰੋਇਡ ਦੇਣੇ ਪੈਂਦੇ ਨੇ, ਉਹਨਾਂ ਨੂੰ ਇਸ ਬਿਮਾਰੀ ਦਾ ਖਤਰਾ ਕਾਫੀ ਵੱਧ ਜਾਂਦਾ ਜੇ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਪ੍ਰਵਾਨੀ ਅਨੇਜਾ ਤੇ ਸਾਡੀ ਖਾਸ ਪੇਸ਼ਕਸ਼ ਸਾਂਝੀ ਗੱਲਬਾਤ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅਕਸਰ ਇਸ ਪ੍ਰੋਗਰਾਮ ਦੇ ਦੌਰਾਨ ਅਸੀਂ ਡਾਕਟਰ ਹਰਸ਼ਿੰਦਰ ਕੌਰ ਹੋਰਾਂ ਦੇ ਨਾਲ ਉਹਨਾਂ ਦੇ ਮਾਹਰ, ਉਹਨਾਂ ਦੇ ਤੱਥਾਂ ਦੇ ਆਧਾਰ ਤੇ ਉਹਨਾਂ ਦੀ ਨੌਲੇਜ ਨੂੰ ਅਸੀਂ ਆਪਣੇ ਕੋਲ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਕਈ ਅਜਿਹੀਆਂ ਗੱਲਾਂ ਜਿਹੜੀਆਂ ਸਾਨੂੰ ਆਪਣੀ ਰੋਜ਼ਮਰਾ ਦੀ ਜ਼ਿੰਦਗੀ 'ਚ ਪਤਾ ਤਾਂ ਹੁੰਦੀਆਂ ਨੇ, ਕਈ ਅਜਿਹੀਆਂ ਬਿਮਾਰੀਆਂ ਜਿਨ੍ਹਾਂ ਤੇ ਅਸੀਂ ਨਾਂ ਵੀ ਸੁਣਦੇ ਹਾਂ, ਲੇਕਿਨ ਸਾਨੂੰ ਪਤਾ ਨਹੀਂ ਹੁੰਦਾ ਕਿ ਆਖਿਰਕਾਰ ਉਹ ਬਿਮਾਰੀਆਂ ਬਣਦੀਆਂ ਕਿਸ ਤਰੀਕੇ ਦੇ ਨਾਲ ਨੇ। ਕਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਜਾ ਕੇ ਬਾਅਦ 'ਚੋਂ ਇੱਕ ਵੱਡਾ ਰੂਪ ਧਾਰਨ ਕਰ ਲੈਂਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ, ਅਸੀਂ ਇਹ ਸੋਚ ਵੀ ਨਹੀਂ ਸਕਦੇ। ਅਕਸਰ ਇਸ ਪ੍ਰੋਗਰਾਮ ਦੇ ਦੌਰਾਨ ਅਸੀਂ ਕਈ ਗੱਲਾਂ, ਕਈ ਸਵਾਲ ਜੋ ਹੈ ਉਹ ਤੁਹਾਡੇ ਸਾਹਮਣੇ, ਉਹਨਾਂ ਦੇ ਤੱਥ ਜੋ ਹੈ ਉਹ ਅਸੀਂ ਤੁਹਾਡੇ ਸਾਹਮਣੇ ਰੱਖਦੇ ਹਾਂ। ਸੋ ਅੱਜ ਵੀ ਜੋ ਸਾਡਾ ਮੁੱਦਾ ਹੋਵੇਗਾ ਉਹ ਹੋਵੇਗਾ ਸਰਵਾਈਕਲ ਕੈਂਸਰ। ਆਖਿਰਕਾਰ ਸਰਵਾਈਕਲ ਕੈਂਸਰ ਪਨਪ ਕਿਉਂ ਰਿਹਾ? किस तरीके दे नाल लगातार इस दे मामले वधदे जा रहे हैं? हालांकि साइंस दे विच भी वाधा होया, मैडिकल दे विच भी वाधा होया, लेकिन इस दे कारण की ने अज इस दी तय तक जाण दी कोशिश करांगे। सो आओ स्वागत करते हैं डॉक्टर हरशिंदर कौर जी दा। मैम बहुत बहुत स्वागत तुहाडा साझा टीवी ते। सत श्री अकाल। सत श्री अकाल। सो मेरा पहला सवाल कि आखिरकार सर्वाइकल कैंसर है की, इस दी जड़ की है, यह हुंदा किस तरीके दे नाल है? दरअसल ਜਿਹੜਾ ਮੁੱਦਾ ਤੁਸੀਂ ਅੱਜ ਸ਼ੁਰੂ ਕਰੋਗੇ ਨਾ, ਉਹ ਗੰਭੀਰ ਤੇ ਬਹੁਤ, ਪਰ ਜਦ ਤੱਕ ਔਰਤਾਂ ਤੱਕ ਸੀਮਤ ਸੀ, ਕਿ ਮੈਂ ਕਰਿਓ ਭਾਵੇਂ ਸਾਰੇ ਕਹਿੰਦੇ ਨੇ ਕਿ ਔਰਤਾਂ ਦੇ ਹੱਕ ਵਿੱਚ ਬਹੁਤ ਬੋਲਦੀ ਹੈ, ਪਰ ਆਪ ਹੀ ਮੇਰੇ ਸੁਣਨ ਵਾਲੇ ਵੀਰ ਵੀ ਸੁਣਨ, ਮੇਰੇ ਪਿਤਾ ਸਮਾਨ ਜਿਹੜੇ ਨੇ ਉਹ ਵੀ ਸੁਣਨ, ਮੇਰੇ ਬੱਚੇ ਵੀ ਸੁਣਨ, ਕਿ ਜਦੋਂ ਤੱਕ ਅਸੀਂ ਕਿ ਔਰਤਾਂ ਤੱਕ ਸੀਮਤ ਹੈ, ਇਹ ਕੈਂਸਰ ਔਰਤਾਂ ਦਾ ਹੈ। ਕਿਉਂਕਿ ਸਰਵਾਈਕਲ ਨਾਲ ਆਮ ਤੌਰ ਤੇ ਅਸੀਂ ਸਿਰਫ ਗਲਾ ਹੀ ਜੋੜ ਦਿੰਦੇ ਹਾਂ ਕਿ ਗਲੇ ਦੇ ਵਿੱਚ ਹੀ ਕੋਈ ਨਾ ਕੋਈ ਨੁਕਸ ਹੈ। दरअसल ਜਦੋਂ ਪਤਾ ਲੱਗਿਆ ਕਿ ਇਹ ਜਿਸ ਜੋ ਕਾਰਨ ਜੇ ਇਹ ਔਰਤਾਂ ਦੇ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦਾ, ਉਸੇ ਸਦਕਾ, ਉਸੇ ਵਾਇਰਸ ਸਦਕਾ ਪੁਰਸ਼ਾਂ ਦੇ ਗਲੇ ਦਾ ਕੈਂਸਰ ਵੀ ਹੋਣ ਲੱਗ ਪਿਆ, ਉਦੋਂ ਹੀ ਇਸ ਕੈਂਸਰ ਨੂੰ ਅਹਿਮੀਅਤ ਮਿਲੀ ਕਿ ਇਹਨੂੰ ਕਿਵੇਂ ਰੋਕਿਆ ਜਾਏ, ਕਿਵੇਂ ਇਸ ਤੋਂ ਬਚਾਓ ਹੋਵੇ। ਸੋ ਉਦੋਂ ਇਹਦੇ ਤੇ ਨਿੱਠ ਕੇ ਖੋਜ ਆਰੰਭੀ ਤੇ ਉਹੀ ਕਾਰਨ ਹੈ ਕਿ ਅੱਜ ਇਹ ਮੁੱਖ ਮੁੱਦਾ ਬਣ ਚੁੱਕਾ ਹੈ, ਜਿਹਦੇ ਉੱਤੇ ਯਾਨੀ ਇਸ ਵਿਸ਼ੇ ਤੇ ਹੁਣ ਵੱਡੀ ਪੱਧਰ ਤੇ ਗੱਲਬਾਤ ਹੋਣੀ ਸ਼ੁਰੂ ਹੋਈ ਹੈ। ਥੋੜੀ ਜਿਹੀ ਜਾਣਕਾਰੀ ਦਈਏ ਕਿ ਹੁੰਦਾ ਕਿਉਂ ਹੈ। ਮੇਰੇ ਖਿਆਲ ਫਿਰ ਆਪਾਂ ਬਾਅਦ ਚ ਲੱਛਣ ਜਾਂ ਕੀ ਇਲਾਜ ਹੈ, ਜਾਂ ਇਹ ਕੈਂਸਰ ਅਜਿਹਾ ਹੈ ਜਿਸ ਤੋਂ ਬਚਾਓ ਹੋ ਸਕਦਾ ਹੈ, ਜੋ ਕਿ ਬੜੀ ਵੱਡੀ ਗੱਲ ਹੈ, ਤੇ ਉਹਦੇ ਲਈ ਟੀਕਾ ਵੀ ਆ ਚੁੱਕਿਆ ਹੈ। ਸੋ ਇਸ ਕਾਰਨ ਪਹਿਲਾਂ ਥੋੜਾ ਜਿਹਾ ਅੰਦਾਜ਼ਾ ਹੋਵੇ, ਅਸਲ ਹਿਊਮਨ ਪੈਪਿਲੋਮਾ ਵਾਇਰਸ ਜੇ ਜੋ ਇਹ ਬਿਮਾਰੀ ਕਰਦੀ ਜੇ, ਤੇ ਇਹ ਵਾਇਰਸ ਬੜੀ ਕਮਾਲ ਦੀ ਜੇ ਚੁੱਪ ਚੁਪੀਤੇ ਆ ਕੇ ਬਹਿ ਜਾਂਦੀ ਹੈ ਚਮੜੀ ਦੇ ਉੱਪਰ, ਕੁਝ ਵੀ ਨਹੀਂ ਕਰਦੀ, ਸਾਲਾਂ ਸਾਲ 40 ਸਾਲ ਤੱਕ ਬਹਿ ਸਕਦੀ ਹੈ, ਪਰ ਇਹ 40 ਕਿਸਮਾਂ ਚ ਮੌਜੂਦ ਜੇ।
ਅਲੱਗ-ਅਲੱਗ ਕਿਸਮਾਂ ਨੇ, ਕੁਝ ਮਾਰੂ ਨੇ, ਕੁਝ ਹਾਨੀਕਾਰਕ ਨਹੀਂ ਹਨ। ਸੋ ਇਹ ਨੇ ਜਿਹੜੀਆਂ ਸਾਨੂੰ ਯਾਨੀ ਜਿਹੜੇ ਸਦਕਾ ਸਾਨੂੰ ਖਤਰਾ ਪੈਦਾ ਹੁੰਦਾ ਹੈ। ਤੇ ਵਾਇਰਸ ਦਾ ਕਮਾਲ ਦੇਖੋ, ਸਿਰਫ ਇੱਕ ਵਾਰ ਜ਼ਿੰਦਗੀ 'ਚ ਜੇ ਸਰੀਰਕ ਸੰਬੰਧ ਬਣ ਜਾਣ ਤਾਂ ਇਹ ਬਾਹਰ ਬੈਠੀ ਵਾਇਰਸ ਵੀ ਆਲੇ ਦੁਆਲੇ ਤਾਂ ਵੀ ਇਹ ਦੂਸਰੇ ਤੱਕ ਪਹੁੰਚ ਜਾਂਦੀ ਹੈ। ਯਾਨੀ ਇਹਨੂੰ ਰੋਕਣਾ ਲਗਭਗ ਨਾਮੁਮਕਿਨ ਹੈ। ਜੇ ਇੱਕ ਵਾਰ ਵੀ ਬਣ ਚੁੱਕੇ ਹੋਣ ਸਰੀਰਕ ਸੰਬੰਧ, ਤਾਂ ਹੀ ਇਹਦੇ ਬਾਰੇ ਕਿਹਾ ਜਾਂਦਾ ਉਹਨਾਂ ਨੂੰ ਖਤਰਾ ਵੱਧ ਹੈ ਜਿਹੜੇ ਜ਼ਿਆਦਾ ਸਰੀਰਕ ਸੰਬੰਧ ਬਣਾਉਂਦੇ ਹੋਣ। ਸੋ ਇਹ ਹੁੰਦਾ ਕੀ ਜੇ ਕਿ ਇਹ ਵਾਇਰਸ ਜੋ ਕਿ ਮੈਂ ਦੱਸਿਆ 40 ਕਿਸਮਾਂ ਹੁੰਦੀਆਂ ਨੇ, ਇਹ ਹਿਊਮਨ ਪੈਪਿਲੋਮਾ ਵਾਇਰਸ ਦਰਅਸਲ ਬਹੁਤੀਆਂ ਕਿਸਮਾਂ ਜਿਨ੍ਹਾਂ ਚੋਂ 20-22 ਕਿਸਮਾਂ ਤਾਂ ਆਪਣੇ ਆਪ ਹੀ ਮਰ ਮੁੱਕ ਜਾਂਦੀਆਂ, ਸਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ, ਪਈਆਂ ਰਹਿੰਦੀਆਂ। ਜੇ ਚਮੜੀ ਤੇ ਟਿੱਕੀਆਂ ਰਹਿ ਜਾਣ, ਸਫਾਈ ਨਾ ਰੱਖੀ ਜਾਵੇ, ਫਿਰ ਇਹ ਭਾਵੇਂ ਕ੍ਰੋਨਿਕ ਬਿਮਾਰੀ ਵੱਲ ਤਬਦੀਲ ਹੋਣ, ਵਰਨਾ ਤਾਂ ਇਹਨਾਂ ਤੋਂ ਕੋਈ ਖਤਰਾ ਨਹੀਂ। ਤੇ ਇੱਕ ਵਾਰਡਸ ਬਾਰੇ ਆਮ ਲੋਕਾਂ ਨੂੰ ਪਤਾ ਹੋਏਗਾ, ਕਾਫੀ ਉਹ ਉਭਰੇ ਹੋਏ ਥੋੜੇ ਜਿਹੇ ਚਮੜੀ ਦੇ ਹਿੱਸੇ ਕਈ ਵਾਰ ਬਣ ਜਾਂਦੇ ਨੇ, ਉਹ ਇਹਨੇ ਵਿੱਚੋਂ ਹੀ ਇੱਕ ਕਿਸਮ ਦੀ ਵਾਇਰਸ ਜੋ ਇਹ ਬਣਾਉਂਦੀ ਹੈ। ਪਰ ਮੈਂ ਪਹਿਲਾਂ ਸਪਸ਼ਟ ਕਰ ਦਿਆਂ ਕਿ ਉਹ ਇੰਨੀ ਖਤਰਨਾਕ ਨਹੀਂ, ਉਹ ਕੈਂਸਰ ਨਹੀਂ ਤਬਦੀਲ ਹੁੰਦੇ, ਇਹ ਵੱਖਰੀ ਕਿਸਮ ਹੈ ਜਿਹੜੀ ਕੈਂਸਰ ਵਿੱਚ ਤਬਦੀਲ ਹੋ ਜਾਂਦੀ ਹੈ। ਸੋ ਹੁੰਦਾ ਕੀ ਜੇ ਦੇ ਨਾਲ ਕਿ ਜਦੋਂ ਹੀ, ਕਿਉਂਕਿ ਹਿਊਮਨ ਪੈਪਿਲੋਮਾ ਵਾਇਰਸ ਆਮ ਤੌਰ ਤੇ ਬਹੁਤੇ ਲੱਛਣ ਦਿਖਾਉਂਦੀ ਨਹੀਂ, ਇੱਕ ਤਰੀਕੇ ਕੈਂਸਰ ਨੂੰ ਅਸੀਂ ਕਹਿੰਦੇ ਸਾਇਲੈਂਟ ਕਿਲਰ ਤਾਂ ਹੀ ਹੈ, ਜਿਵੇਂ ਬਲੱਡ ਪ੍ਰੈਸ਼ਰ ਜਾਂ ਸ਼ੂਗਰ ਸਾਨੂੰ ਬੜੇ ਸੁੱਤਿਆਂ ਪਿਆਂ ਹੀ ਮਾਰ ਦਿੰਦੀ, ਪਤਾ ਹੀ ਨਹੀਂ ਲੱਗਦਾ ਬਿਲਕੁਲ ਉਂਝ ਹੀ ਇਹ ਕੈਂਸਰ ਕਦੋਂ ਫੈਲ ਕੇ ਤਬਾਹੀ ਮਚਾ ਗਿਆ ਸਰੀਰ ਅੰਦਰ, ਉਦੋਂ ਹੀ ਪਤਾ ਲੱਗਦਾ। ਸੋ ਸ਼ੁਰੂਆਤੀ ਦੌਰ ਵਿੱਚ ਕਈ ਵਾਰ ਸਿਰਫ ਆਮ ਹਲਕਾ ਜਾਂ ਬਦਬੂਦਾਰ ਪਾਣੀ ਪੈਣਾ, ਆਮ ਜਿਹੀ ਲੱਛਣ ਇਹ ਦਿਸ ਸਕਦੇ ਨੇ। ਫਿਰ ਜਾਂ ਮਾਹਵਾਰੀ ਦੇ ਪਹਿਲਾਂ ਜਾਂ ਬਾਅਦ ਵਿੱਚ ਲਹੂ ਪੈਣਾ ਸ਼ੁਰੂ ਹੋ ਜਾਣਾ, ਜਾਂ ਫਿਰ ਸਰੀਰਕ ਸੰਬੰਧ ਬਣਾਉਣ ਵੇਲੇ ਲਹੂ ਪੈਣ ਲੱਗ ਜਾਣਾ, ਜਾਂ ਫਿਰ ਮਾਹਵਾਰੀ ਬੰਦ ਹੋ ਚੁੱਕੀ ਹੋਵੇ ਉਸ ਤੋਂ ਬਾਅਦ ਦੁਬਾਰਾ ਲਹੂ ਪੈਣਾ ਸ਼ੁਰੂ ਹੋ ਜਾਣਾ। ਇਹ ਕੁਝ ਆਮ ਜਿਹੇ ਲੱਛਣ ਨੇ ਜਿਨ੍ਹਾਂ ਨਾਲ ਅਸੀਂ ਬਹੁਤੀਆਂ ਔਰਤਾਂ ਬੇਗਵਾਰੀ ਕਰਦੀਆਂ ਨੇ ਜਾਂ ਸ਼ਰਮ ਦੇ ਮਾਰੇ ਪਹੁੰਚਦੀਆਂ ਹੀ ਨਹੀਂ ਡਾਕਟਰਾਂ ਕੋਲ, ਫੋੜ ਕਰੀ ਜਾਂਦੀਆਂ ਨੇ, ਮਾਪਿਆਂ ਤੋਂ ਪੁੱਛ ਲਿਆ, ਦਾਦੀਆਂ ਨਾਨੀਆਂ ਹਕੀਮਾਂ ਤੋਂ, ਇਹ ਕੰਮ ਤੁਰਦਾ ਰਹਿੰਦਾ। ਸੋ ਇਹ ਫਸਟ ਸਟੇਜ ਦੇ ਲੱਛਣ ਜਦੋਂ ਲੰਘ ਜਾਂਦੇ ਨੇ ਤਾਂ ਫਿਰ ਕਹਿਰ ਮਚਦਾ ਜੇ। ਇਹੀ ਕਾਰਨ ਸੀ ਕਿ ਅੱਜ ਮੈਂ ਖਾਸ ਤੌਰ ਤੇ ਸਾਰੇ ਸਾਡੇ ਸੁਣਨ ਵਾਲਿਆਂ ਨੂੰ ਦੱਸਿਆ ਕਿ ਅੱਜ ਤਾਂ ਸਿਰਫ ਤੁਹਾਡੇ ਸਦਕਾ ਹੀ ਇਹ ਉਹਨਾਂ ਨਾਲ ਰੂਬਰੂ ਹੋਇਆ, ਕਿਉਂਕਿ ਤੁਹਾਡੀ ਇੱਛਾ ਸੀ ਕਿ ਇਸ ਬਾਰੇ ਵੱਡੀ ਪੱਧਰ ਤੇ ਜਾਣਕਾਰੀ ਦੇਣੀ ਬਣਦੀ ਹੈ। ਸੋ ਗੱਲ ਕੀਤੀ ਕਿ ਪੁਰਸ਼ਾਂ ਦੇ ਵਿੱਚ ਇਸ ਕੈਂਸਰ ਦਾ ਕਾਰਨ ਇਹ ਕਿ ਓਰਲ ਸੈਕਸ ਨਾਲ ਇਹ ਚੀਜ਼ ਇੰਨੀ ਵੱਡੀ ਮਾਤਰਾ ਵਿੱਚ ਪੁਰਸ਼ਾਂ ਦੇ ਗਲੇ ਦੇ ਕੈਂਸਰ ਦਾ ਕਾਰਨ ਬਣਿਆ, ਜੋ ਸ਼ੁਰੂਆਤੀ ਸਮੇਂ ਪਤਾ ਨਹੀਂ ਸੀ। ਪਰ ਹੌਲੀ ਹੌਲੀ ਜਦੋਂ ਖੋਜਾਂ ਅੱਗੇ ਤੁਰੀਆਂ ਤਾਂ ਪਤਾ ਲੱਗਿਆ ਕਿ ਜਿੰਨਾ ਕੁ ਉੱਧਰ ਖਤਰਾ ਹੈ ਔਰਤ ਨੂੰ, ਓਨਾ ਹੀ ਇਹ ਖਤਰਾ ਪੁਰਸ਼ਾਂ ਨੂੰ ਵੀ ਹੋਣ ਲੱਗ ਚੁੱਕਿਆ ਹੈ। ਸੋ ਇਸ ਕਾਰਨ ਇਹਦੇ ਕੁਝ ਆਪਾਂ ਸ਼ੁਰੂਆਤੀ ਕਿ ਕਿਹਨਾਂ ਨੂੰ ਇਹ ਖਤਰਾ ਵੱਧ ਹੁੰਦਾ ਜ਼ਰੂਰ ਦੱਸ ਦਈਏ ਕਿ ਕਿਹੜੀਆਂ ਔਰਤਾਂ ਨੂੰ ਪਹਿਲਾਂ ਖਤਰਾ ਵੱਧ ਹੁੰਦਾ, ਜਿਹੜੀਆਂ ਜ਼ਿਆਦਾਤਰ ਸਿਗਰਟ ਪੀਂਦੀਆਂ ਹੋਣ, ਜ਼ਿਆਦਾ ਸ਼ਰਾਬ ਪੀਂਦੀਆਂ ਹੋਣ, ਜ਼ਿਆਦਾ ਨਸ਼ੇ ਕਰਦੀਆਂ ਹੋਣ, ਜਿਨ੍ਹਾਂ ਦੇ ਵੱਧ ਬੱਚੇ ਜੰਮੇ ਹੋਣ। ਇਹ ਵੀ ਜਿੰਨੇ ਜ਼ਿਆਦਾ ਬੱਚੇ ਜੰਮੇ ਹੋਣ ਉਨੇ ਜ਼ਿਆਦਾ ਸਰੀਰਕ ਸੰਬੰਧ ਹੋਣਗੇ, ਉਨੇ ਜ਼ਿਆਦਾ ਵਾਰ ਯਾਨੀ ਜਿੰਨੇ ਜਦੋਂ ਆਪਰੇਸ਼ਨ ਹੋਏ ਜਾਂ ਨਾਰਮਲ ਡਿਲੀਵਰੀ ਹੋਈ ਉਨੀ ਛੇੜਛਾੜ ਵੱਧ ਹੋਏਗੀ, ਉਨੀ ਉਹ ਵਾਇਰਸ ਵੱਧ ਫੈਲਦੀ ਜੇ। ਸੋ ਇਸੇ ਤਰ੍ਹਾਂ ਜਿਨ੍ਹਾਂ ਨੇ ਗਰਭ ਰੋਕੂ ਗੋਲੀਆਂ ਲੰਮੇ ਸਮੇਂ ਤੱਕ ਖਾਧੀਆਂ ਹੋਣ, ਉਹਨਾਂ ਔਰਤਾਂ ਨੂੰ ਵੀ ਇਸ ਬਿਮਾਰੀ ਦਾ ਖਤਰਾ, ਇਸ ਕੈਂਸਰ ਦਾ ਖਤਰਾ ਕਾਫੀ ਵੱਧ ਹੁੰਦਾ ਹੈ। ਫਿਰ ਜਿਨ੍ਹਾਂ ਨੇ ਲੰਬੇ ਸਮੇਂ ਤੱਕ ਸਟੀਰੋਇਡ ਖਾਤੇ ਹੋਣ, ਇਸ ਲਈ ਅਸੀਂ ਕਹਿੰਦੇ ਆ ਕਿ ਆਮ ਹੀ ਗੋਲੀਆਂ ਲੈ ਕੇ ਆਪਣੇ ਆਪ ਨਾ ਖਾਓ। ਪਰ ਬਹੁਤ ਸਾਰੇ ਸਾਡੇ ਉਹ ਵੀਰ ਭੈਣ ਜੋ ਪਿੰਡਾਂ ਦੇ ਵਿੱਚ ਥੋੜਾ ਬਹੁਤ ਸਿੱਖ ਕੇ ਤੇ ਦਵਾਈਆਂ ਦੇਣ ਲੱਗ ਜਾਂਦੇ ਹੋ, ਸਟੀਰੋਇਡ ਭਾਰੀ ਮਾਤਰਾ ਵਿੱਚ ਵਰਤੇ ਜਾ ਰਹੇ ਨੇ, ਜਾਂ ਕੁਝ ਜਿਨ੍ਹਾਂ ਦੇ ਬਿਮਾਰੀ ਹੀ ਅਜਿਹੀ ਹੈ ਜਿਸ ਵਿੱਚ ਸਟੀਰੋਇਡਸ ਦੇਣੇ ਪੈਂਦੇ ਨੇ, ਉਹਨਾਂ ਨੂੰ ਇਸ ਬਿਮਾਰੀ ਦਾ ਖਤਰਾ ਕਾਫੀ ਵੱਧ ਜਾਂਦਾ ਜੇ। ਫਿਰ ਏਡਜ਼ ਪੀੜਤ ਔਰਤਾਂ ਜਿਹੜੀਆਂ ਹਨ, ਉਹਨਾਂ ਨੂੰ ਇਸ ਬਿਮਾਰੀ ਦਾ ਖਤਰਾ ਕਾਫੀ ਵੱਧ ਹੈ। ਜਿਸ ਦਾ ਇਮਿਊਨ ਸਿਸਟਮ ਠੱਪ ਹੋਇਆ ਹੋਵੇ, ਉਹਨਾਂ ਨੂੰ ਵੀ ਜੇ ਉਹਨਾਂ ਦੇ ਸਰੀਰਾਂ ਤੇ ਵਾਇਰਸ ਬੈਠੀ ਹੈ ਤਾਂ ਉਹ ਜ਼ਿਆਦਾ ਤੇਜ਼ੀ ਨਾਲ ਫੈਲਣ ਜਾਂ ਹੱਲਾ ਬੋਲਣ ਵਿੱਚ ਕਾਫੀ ਉਹ ਤੇਜ਼ੀ ਵਿਖਾਉਂਦੇ ਨੇ। ਇਸੇ ਤਰ੍ਹਾਂ ਜਿਨ੍ਹਾਂ ਦੇ, ਮੈਂ ਸ਼ੁਰੂ ਦੀ ਗੱਲ ਕੀਤੀ ਸੀ
ਕਾਫੀ ਜ਼ਿਆਦਾ ਸਰੀਰਕ ਸੰਬੰਧ ਹੋਰਨਾਂ ਲੋਕਾਂ ਨਾਲ ਹੋਏ ਹੋਣ, ਉਹਨਾਂ ਵਿੱਚ ਵੀ ਇਹ ਵਾਇਰਸ ਦੋਨੋਂ ਪਾਸੇ ਹੀ ਖਤਰਾ ਪੈਦਾ ਕਰਦੀ ਹੈ, ਮਰਦਾਂ ਨੂੰ ਵੀ, ਪੁਰਸ਼ਾਂ ਨੂੰ ਵੀ ਤੇ ਔਰਤਾਂ ਨੂੰ। ਹੁਣ ਇਸ ਦੇ ਕੁਝ ਲੱਭਣ ਦੇ ਢੰਗ ਨੇ ਜਿਹੜੇ ਆਪਾਂ ਸੌਖਿਆ। ਮੈਂ ਉਸ ਤੋਂ ਪਹਿਲਾਂ ਇੱਕ ਗੱਲ ਸਪਸ਼ਟ ਕਰਦੇ ਹਾਂ। ਦੇਖੋ ਬੱਚੇ ਮੇਰੇ, ਕਿ ਸਾਡੇ ਕੋਲ ਆਮ, ਮੈਂ ਬਤੌਰ ਇੱਕ ਡਾਕਟਰ ਹੀ ਇਸ ਦੀ ਬੇਨਤੀ ਕਰਨ ਲੱਗੀ ਹਾਂ ਕਿ ਜਦੋਂ ਵੀ ਅਸੀਂ ਗੱਲ ਕਰਦੇ ਹਾਂ, ਦੇਖੋ ਦੁਨੀਆ ਭਰ ਵਿੱਚ ਜੋ ਖੋਜਾਂ ਹੁੰਦੀਆਂ ਨੇ, ਉਹਨਾਂ ਦੇ ਪਿੱਛੇ ਇੱਕ ਬੜੀ ਲੰਬੀ ਕਿਸੇ ਦੀ ਜੱਦੋ-ਜਹਿਦ ਹੁੰਦੀ ਜੇ, ਕਿਸੇ ਦੀ ਮਿਹਨਤ ਲੱਗੀ ਹੁੰਦੀ ਹੈ, ਖੋਜ ਹੁੰਦੀ ਹੈ। ਇਹਦੇ ਨਾਲ ਅਸੀਂ ਸਰੀਰ ਦੇ ਅੰਦਰ ਝਾਤ ਮਾਰ ਸਕੀਏ, ਉਹ ਰੋਗ ਲੱਭ ਸਕੀਏ ਜਿਨ੍ਹਾਂ ਦਾ ਵੇਲੇ ਸਿਰ ਜੇ ਅਸੀਂ ਲੱਭੀਏ ਤਾਂ ਉਹਦਾ 100% ਇਲਾਜ ਹੋਏ ਤੇ ਉਹਦੇ ਨਾਲ ਮਨੁੱਖੀ ਜਾਨ ਬਚਾਈ ਜਾ ਸਕੇ। ਖੋਜਾਂ ਦਾ ਇੱਕੋ ਹੀ ਆਧਾਰ ਹੁੰਦਾ ਹੈ। ਜਾਂ ਫਿਰ ਉਸੇ ਹੀ ਖੋਜ ਨੂੰ ਕਈ ਲੋਕ ਮਾੜੇ ਪਾਸੇ ਵਰਤਦੇ ਨੇ, ਜਿਵੇਂ ਅਲਟਰਾਸਾਊਂਡ ਇਜਾਦ ਹੋਇਆ ਤਾਂ ਧੀਆਂ ਮਾਰਨ ਦਾ ਇੱਕ ਵੱਡਾ ਕਾਰਨ ਹੀ ਬਣ ਗਿਆ। ਹੁਣ ਇਹਦੇ ਵਿੱਚ ਜਦੋਂ ਕੋਈ ਡਾਕਟਰ, ਕਿਉਂਕਿ ਆਪਾਂ ਸਮੂਹ ਹਰ ਡਾਕਟਰ ਤੇ ਉਂਗਲ ਚੱਕ ਦਿੰਦੇ ਆ ਕਿ ਇਹ ਵੱਡੀ ਪੱਧਰ ਤੇ ਜੀ ਇਹਨਾਂ ਨੇ ਕਮਿਸ਼ਨ ਹੀ ਖਾਣੀ ਹੈ, ਪਤਾ ਜੇ ਇਸ ਸੋਚ ਨੇ ਕਿੰਨੀਆਂ ਜਾਨਾਂ ਲਈਆਂ। ਕਿਉਂਕਿ ਜਿਹੜਾ ਪੂਰੀ ਮਿਹਨਤ ਲਾ ਕੇ ਲੱਭ ਕੇ ਦੱਸਦਾ ਜੇ ਕਿ ਸਾਨੂੰ ਸ਼ੱਕ ਏ, ਲੱਗਦਾ ਜੇ ਟੈਸਟ ਕਰਾ ਲਈਏ, ਆਪਾਂ ਪਹਿਲੀ ਸਟੇਜ ਤੇ ਜੇ ਲੱਭ ਜਾਵਾਂਗੇ, ਕਿਉਂਕਿ ਉਹ ਟੈਸਟਾਂ ਰਾਹੀਂ ਹੀ ਸਟੇਜਿੰਗ ਹੁੰਦੀ ਹੈ, ਜਿਸ ਨਾਲ ਆਪਾਂ ਉਹਨੂੰ ਵੇਲੇ ਸਿਰ ਰੋਕ ਕੇ ਖਤਮ ਕਰਕੇ ਉੱਥੇ ਹੀ, ਕਿਉਂਕਿ ਇਹ ਇੱਕ ਅਜਿਹੀ ਚੀਜ਼ ਹੈ ਜੇ ਵੇਲੇ ਸਿਰ ਲੱਭ ਲਈ ਜਾਵੇ ਤਾਂ ਉਹਨਾਂ ਕੁ ਹਿੱਸਾ ਸਾੜ ਕੇ ਵੀ ਉੱਥੇ ਜੇ ਤਬਦੀਲੀ, ਕਿਉਂਕਿ ਜੇ ਸਾਨੂੰ ਅਲਟਰਾਸਾਊਂਡ ਤੇ ਜਾਂ ਕਿਸੇ ਟੈਸਟ ਲੱਭ ਜਾਂਦੀ ਹੈ ਤਾਂ ਬੱਚੇਦਾਨੀ ਦੇ ਮੂੰਹ ਦੇ ਕੋਲੋਂ ਥੋੜੇ ਜਿਹੇ ਸੈੱਲ ਲੈ ਕੇ ਪੈਪਸਮੀਅਰ ਜਿਵੇਂ ਕਰਕੇ, ਤਾਂ ਫਿਰ ਉਹ ਜਾਂ ਬਾਇਓਪਸੀ ਉਸ ਥਾਂ ਦੀ ਲੈ ਕੇ ਅਸੀਂ ਉਹਨਾਂ ਹਿੱਸਾ ਜੇ ਬਿਲਕੁਲ ਸ਼ੁਰੂਆਤੀ ਦੌਰ ਹੈ ਕਿ ਕੁਝ ਸੈੱਲਾਂ ਨੇ ਸ਼ਕਲ ਹੀ ਤਬਦੀਲ ਕੀਤੀ ਹੈ, ਤਾਂ ਉਹਨੂੰ ਉੱਥੇ ਹੀ ਸਾੜ ਦਈਏ ਤਾਂ ਇਹ ਕੈਂਸਰ ਉੱਥੇ ਹੀ ਨਿਪ ਦੀ ਵਿਲਨ ਦੇ ਬੱਡ ਜਿਵੇਂ ਕਹਿੰਦੇ, ਉੱਥੇ ਹੀ ਖਤਮ ਹੋ ਜਾਂਦਾ ਜੇ। ਪਰ ਵੱਡੀ ਗਿਣਤੀ ਲੋਕ, ਮੈਂ ਆਪਣੀ ਸਾਥੀਆਂ ਵੱਲੋਂ ਵੀ ਕਹਿੰਦੀ ਹਾਂ ਜੋ ਮੇਰੇ ਨਾਲ ਵੀ ਨੇ, ਕਿ ਅਸੀਂ ਕਲੀਗਸ ਵੀ, ਅਸੀਂ ਵੇਖਿਆ ਕਿ ਜਦੋਂ ਵੀ ਕਿਸੇ ਨੂੰ ਕਹੋ ਤਾਂ ਬੇਗਵਾਰੀ ਹੁੰਦੀ ਹੈ, ਛੱਡੋ ਜੀ ਇਹਦੇ ਚ ਕੀ ਹੈ, ਸਾਨੂੰ ਕਿਹੜਾ ਕੋਈ ਬਹੁਤੀ ਬਿਮਾਰੀ ਹੈ, ਮਾੜਾ ਜਿਹਾ ਪਾਣੀ ਨਹੀਂ ਪੈ ਰਿਹਾ, ਆਪਾਂ ਨਹੀਂ ਟੈਸਟ ਕਰਾਣੇ, ਜਾਂ ਅਸੀਂ ਆਪਣੇ ਕੰਮਕਾਰਾਂ ਚ ਰੁੱਝ ਗਏ। ਤਾਂ ਸਾਡੇ ਕੋਲ ਕੇਸ ਬਹੁਤ ਭਾਰੀ ਗਿਣਤੀ ਵਿੱਚ ਐਡਵਾਂਸਡ ਸਟੇਜ ਵਿੱਚ ਪਹੁੰਚਦੇ ਨੇ। ਤੁਹਾਡੇ ਰਾਹੀਂ ਮੈਂ ਬੇਨਤੀ ਹੀ ਕਰ ਸਕਦੀ ਹਾਂ, ਜਿੰਨੇ ਵੀ ਸੁਣ ਸਕਦੇ ਹੋਣ, ਕਿ ਹਰ ਟੈਸਟ ਨੂੰ ਤੇ ਲੋੜਾਂ ਸਮਝ ਕੇ ਜਦੋਂ ਛੱਡਦੇ ਆ ਤਾਂ ਆਪਣੀ ਜਾਨ ਨਾਲ ਹੀ ਖੇਡ ਰਹੇ ਹੁੰਦੇ। ਕੋਈ ਵੱਡੀ ਗੱਲ ਨਹੀਂ ਹੁੰਦੀ, ਇੰਨੇ ਕੁ ਦੀ ਜਿੰਨਾ ਕੁ ਦਾ ਅਲਟਰਾਸਾਊਂਡ ਕਰਾਉਣਾ ਉਹਨੇ ਦੀ ਤਾਂ ਇੱਕ ਵੇਲੇ ਕਾਫੀ ਬਹਿ ਕੇ ਹੀ ਪੀ ਲਓ ਤੁਸੀਂ ਫਰਿੱਜਾ ਵਗੈਰਾ ਚ, ਉਸ ਤੋਂ ਕਿਤੇ ਵੱਧ ਖਰਚਾ ਆ ਜਾਂਦਾ। ਤੇ ਆਪਣੇ ਸਰੀਰ ਵਾਸਤੇ ਕਿ ਇੰਨੇ ਕੁ ਖਰਚਾ ਕਰਨਾ ਬਹੁਤ ਜ਼ਿਆਦਾ ਕੋਈ ਭਾਰੀ ਗੁਨਾਹ ਤਾਂ ਨਹੀਂ ਹੁੰਦਾ। ਤਾਂ ਜੇ ਮਾੜਾ ਜਿਹਾ ਵੀ ਸ਼ੱਕ ਕਿਤੇ ਵੀ ਇਹੋ ਜਿਹੀ ਚੀਜ਼ ਨੂੰ ਲੱਗਦਾ ਜਾਂ ਇਹੋ ਜਿਹੇ ਲੱਛਣ ਨੇ, ਆਪ ਹੀ ਜਾ ਕੇ ਕਹਿ ਦੇਣਾ ਚਾਹੀਦਾ ਡਾਕਟਰ ਨੂੰ ਕਿ ਤੁਸੀਂ ਸਾਡਾ ਇਹ ਟੈਸਟ ਕਰ ਲਓ, ਜਾਂ ਪੈਪਸਮੀਅਰ ਤਾਂ ਕੁਝ ਵੀ ਨਹੀਂ, ਤੁਸੀਂ ਲੈਬੋਰੇਟਰੀ 'ਚ ਵੀ ਜਾਣਾ ਜਾਂ ਕਿਸੇ ਡਾਕਟਰ ਨੇ ਹਲਕਾ ਜਿਹਾ ਤੁਹਾਡਾ ਬੱਚੇਦਾਨੀ ਦੇ ਮੂੰਹ ਤੋਂ ਰੱਤਾ ਜਿਹਾ ਟੱਚ ਕਰਨਾ ਤੇ ਉੱਥੇ ਸਿਰਫ ਇਹ ਟੈਸਟ ਦੇ ਦੇਣਾ, ਜੋ ਕਿ ਤੁਸੀਂ ਸਲਾਈਡ ਤੇ ਬਣਾ ਕੇ ਉਸ ਤੋਂ ਲੱਭਿਆ ਵੀ ਜਾਣਾ। ਤੇ ਹੁਣ ਤਾਂ ਉਹ ਨੈਸ਼ਨਲ ਪੱਧਰ ਤੇ ਇੱਕ ਰਜੀਮ ਹੀ ਬਣ ਗਿਆ ਕਿ ਹਰ ਹਾਲ ਵਿੱਚ ਹਰ ਔਰਤ ਦਾ ਕਰਨਾ ਹੀ ਚਾਹੀਦਾ। ਉਹ ਵੀ ਦੱਸਾਂਗੇ ਆਪਾਂ ਕਿ ਕਿੰਨੀ ਦੇਰ ਬਾਅਦ ਤੇ ਔਰਤ ਹਰ ਨੂੰ ਕਰਾਉਣਾ ਚਾਹੀਦਾ। ਹੁਣ 21 ਤੋਂ 31 ਸਾਲਾਂ ਤੱਕ ਸਾਡਾ ਨੈਸ਼ਨਲ ਜੋ ਸਾਡੇ ਸਰਵੇਖਣ ਹੋ ਚੁੱਕਿਆ, ਉਸ ਤੋਂ ਬਾਅਦ ਇਹ ਸਪਸ਼ਟ ਕਰ ਦਿੱਤਾ ਗਿਆ ਕਿ 21 ਤੋਂ 31 ਸਾਲਾਂ ਦੀ ਹਰ ਔਰਤ ਜੇ ਖਾਸ ਤੌਰ ਤੇ ਸਰੀਰਕ ਸੰਬੰਧ ਉਹਦੇ, ਯਾਨੀ ਆਪਾਂ ਕਹਿ ਸਕਦੇ ਹਾਂ ਬਣਾ ਚੁੱਕੀ ਜਾਂ ਵਿਆਹ ਹੋ ਚੁੱਕਾ ਹੈ ਜਾਂ ਜੋ ਵੀ ਮਰਜ਼ੀ ਹੈ, ਤਾਂ ਉਹਦੇ ਹਰ 3 ਸਾਲਾਂ ਬਾਅਦ ਇਹ ਟੈਸਟ ਹੋਣਾ ਲਾਜ਼ਮੀ ਹੈ। ਇਸੇ ਤਰ੍ਹਾਂ ਜੇ ਉਮਰ ਤੁਹਾਡੀ 31 ਤੋਂ 65 ਸਾਲ ਹੋ ਚੁੱਕੀ ਹੈ ਤਾਂ ਹਰ ਔਰਤ ਦੀ ਹਰ 5 ਸਾਲਾਂ ਬਾਅਦ ਇਹ ਟੈਸਟ ਹੋਣਾ ਜ਼ਰੂਰੀ ਹੈ। ਹੁਣ ਇਹਦੇ ਵਿੱਚ ਕੋਈ ਵੱਡੀ ਲੰਬੀ ਚੌੜੀ ਗੱਲ ਨਹੀਂ, ਨਾ ਕੋਈ ਮਹਿੰਗਾ ਟੈਸਟ, ਇੱਕ ਆਮ ਰੱਤਿਕ ਜਿਵੇਂ ਤੁਸੀਂ ਕਾਟਨ ਨਾਲ ਇਸ ਤਰ੍ਹਾਂ ਸਵਾਈਪ ਕਰਕੇ ਤੇ ਜਸਟ ਉਹਨੂੰ ਸਲਾਈਡ ਬਣਾ ਕੇ ਟੈਸਟ ਹੋ ਜਾਣਾ, ਕੋਈ ਇਹ ਵੱਡਾ ਇਸ਼ੂ ਨਹੀਂ ਹੈ। ਪਰ ਗੱਲ ਸਿਰਫ ਬੇਗੌਰੀ ਹੈ ਕਿ ਛੱਡੋ ਜੀ ਠੀਕ ਹੀ ਹੈ, ਹਰ ਠੀਕ ਦੇ ਵਿੱਚ ਹਰ 5ਵੀਂ ਔਰਤ ਵੀ ਤਾਂ ਇਸੇ ਕੈਂਸਰ ਨਾਲ ਮਾਰੀ ਰਹੀ ਹੈ, ਜੋ ਕਿ ਅੰਤਰਰਾਸ਼ਟਰੀ ਅੰਕੜੇ ਨੇ। ਫਿਰ ਬੇਗੌਰੀ ਦਾ ਮਤਲਬ ਕੀ ਹੈ? ਉਹ 5ਵੇਂ ਅਸੀਂ ਹੋ ਸਕਦੇ ਹਾਂ, ਇਸ ਨੂੰ ਲੇਟ ਕਰਨ ਦਾ ਕੋਈ ਮਤਲਬ ਨਹੀਂ। ਤੇ 3 ਸਾਲਾਂ 'ਚ ਇੱਕ ਵਾਰ ਇਹ ਮਾਮੂਲੀ ਜਿਹਾ ਟੈਸਟ ਕੋਈ ਵੱਡਾ ਮਾਇਨੇ ਵੀ ਨਹੀਂ ਰੱਖਦਾ।
ਜੀ ਮਾਫ ਕਰਨਾ ਮੈਮ, ਮੈਂ ਤੁਹਾਨੂੰ ਵਿੱਚ ਰੋਕ ਰਹੀ ਹਾਂ ਕਿਉਂਕਿ ਜਿਹੜੇ ਆંકੜੇ ਤੁਸੀਂ ਦੱਸਿਆ ਕਿ ਜਿਸ ਤਰੀਕੇ ਦੇ ਨਾਲ ਸਾਡੇ ਨੈਸ਼ਨਲ ਰਿਪੋਰਟਸ ਵੀ ਕਹਿੰਦੀਆਂ ਨੇ ਕਿ 21 ਤੋਂ 31 ਸਾਲਾਂ ਦੀ ਉਮਰ ਦੇ ਵਿੱਚ 3 ਸਾਲਾਂ ਬਾਅਦ ਉਹ ਟੈਸਟ ਕਰਾਉਣਾ ਲਾਜ਼ਮੀ, ਯਾਨੀ ਕਿ ਇਹ ਚੀਜ਼ ਪਾਈ ਗਈ ਹੈ ਕਿ ਜਿਹੜੀ ਨੌਜਵਾਨੀ ਵਾਲੀ ਉਮਰ ਹੈ, ਜਿਹੜੀ ਨੌਜਵਾਨ ਕੁੜੀਆਂ ਨੇ 21 ਤੋਂ 31 ਸਾਲ ਦੀ, ਉਹਨਾਂ ਦੇ ਵਿੱਚ ਜ਼ਿਆਦਾ ਵੱਧ ਚਾਂਸਸ ਨੇ ਕੀ ਹੋ ਸਕਦਾ। ਬਿਲਕੁਲ, ਕਿਉਂਕਿ ਇਹ ਉਮਰ ਅਸੀਂ ਗਿਣਦੇ ਹਾਂ ਮੋਸਟ ਐਕਟਿਵ ਏਜ, ਜਿਹੜੀ ਸਰੀਰਕ ਸੰਬੰਧ ਬਣਾਉਣ ਦੀ ਜਾਂ ਬੱਚੇ ਜੰਮਣ ਵਾਲੀ ਏਜ, ਜੋ ਅਸੀਂ ਪ੍ਰੋਡਕਟਿਵ ਏਜ ਗਿਣਦੇ ਹਾਂ, ਰਿਪਰੋਡਕਟਿਵ ਏਜ, ਇਹ ਮੈਕਸਿਮਮ ਨੋਟ ਕੀਤਾ ਗਿਆ ਕਿ ਇਸ ਏਜ ਦੇ ਦੌਰਾਨ ਕੀ ਹੁੰਦਾ ਜੇ, ਤੇ ਖਾਸ ਤੌਰ ਤੇ ਉਦੋਂ ਹੀ ਇਹ ਮੈਰਿਜੇਬਲ ਏਜ ਵੀ ਆਉਂਦੀ ਜੇ। ਤੇ ਇੱਕ ਹੋਰ ਨੁਕਤਾ ਜੋ ਕਿ ਅਸੀਂ ਵੇਖ ਰਹੇ ਹਾਂ ਹੌਲੀ ਹੌਲੀ, ਕਿ ਇਸ ਉਮਰ ਤੋਂ ਪਹਿਲਾਂ ਵੀ, ਕਿਉਂਕਿ ਬਾਲ ਵਿਆਹ ਵੀ ਹੋਈ ਜਾਂਦੇ ਨੇ ਇਸ ਉਮਰ ਤੋਂ ਪਹਿਲਾਂ, ਕਾਫੀ ਤਾਂ ਸ਼ਬਦ ਨਹੀਂ ਮੈਂ ਵਰਤ ਸਕਦੀ ਕਿਉਂਕਿ ਮੇਰੇ ਕੋਲ ਕੋਈ ਆંકੜੇ ਨਹੀਂ ਨੇ, ਪਰ ਬਤੌਰ ਡਾਕਟਰ ਮੈਨੂੰ ਪਤਾ ਹੈ ਕਿ ਅਨਮੈਰਿਡ ਬੇਟੀਆਂ ਵੀ ਪਹੁੰਚਦੀਆਂ ਨੇ ਸਰੀਰਕ ਸੰਬੰਧ ਜਿਨ੍ਹਾਂ ਨੇ ਇਸ ਉਮਰ ਤੋਂ ਪਹਿਲਾਂ ਬਣਾ ਲਏ ਹੁੰਦੇ ਨੇ। ਜੀ, ਮੈਂ ਇਹਦੇ ਵਿੱਚ ਕੋਈ ਬਿਲਕੁਲ 1% ਕਿੰਤੂ ਪਰੰਤੂ ਨਹੀਂ, ਸਿਰਫ ਉਹਨਾਂ ਨੂੰ ਬਚਾਓ ਦੇ ਢੰਗ ਦੱਸ ਰਹੀ ਹਾਂ ਕਿ ਜੇ ਇਸ ਉਮਰ ਤੋਂ ਪਹਿਲਾਂ ਵੀ ਸਰੀਰਕ ਸੰਬੰਧ ਬਣਾਏ ਹੋਏ ਨੇ ਤਾਂ ਫਿਰ ਤੁਸੀਂ 21 ਦੀ ਬਜਾਏ ਤੁਸੀਂ ਥੋੜਾ ਜਿਹਾ ਪਹਿਲਾਂ ਤੋਂ ਲੈ ਕੇ ਵੀ ਇਹ ਟੈਸਟ ਹਰ 3 ਵਰਿਆਂ ਬਾਅਦ ਜ਼ਰੂਰ ਕਰਾ ਲੈਣਾ ਚਾਹੀਦਾ। ਜੇ ਸੈਕਚੁਅਲੀ ਐਕਟਿਵ ਨੇ ਉਸ ਤੋਂ ਬਾਅਦ ਵੀ ਚੱਲ ਰਿਹਾ, ਜਿਵੇਂ ਮੈਂ ਦੱਸਿਆ 31 ਤੋਂ ਬਾਅਦ ਵੀ ਜੇ ਲੱਗਦਾ ਹੈ ਕਿ ਕਾਫੀ ਸੈਕਚੁਅਲੀ ਐਕਟਿਵ ਨੇ ਤਾਂ ਉਦੋਂ ਵੀ ਫਿਰ 5 ਦੀ ਬਜਾਏ 3 ਵਰਿਆਂ ਤੇ ਕਰ ਲਓ। ਪਰ ਜਦੋਂ ਇਸ ਚੀਜ਼ 'ਚ ਠਹਿਰਾਓ ਹੋਵੇ ਸੰਬੰਧਾਂ 'ਚ, ਫਿਰ ਤੁਸੀਂ ਇਹਨੂੰ ਹਰ 5 ਵਰਿਆਂ ਬਾਅਦ ਕੀਤਾ ਜਾ ਸਕਦਾ, ਕਿਉਂਕਿ ਇਸ ਏਜ ਵਿੱਚ ਜਦੋਂ ਇਹ ਕੈਂਸਰ ਹੁੰਦਾ ਜੇ, ਜਦੋਂ ਕਿ ਤੁਸੀਂ ਐਕਟਿਵ ਹੋ, ਤੁਸੀਂ ਖਿਆਲ ਆਪਣਾ ਬਹੁਤੇ ਨਾਲੋਂ ਤੁਹਾਨੂੰ ਹੁੰਦਾ ਮੈਂ ਕੈਰੀਅਰ ਦੇਖਣਾ, ਮੈਂ ਬੱਚੇ ਦੇਖਣੇ ਆ, ਮੈਂ ਹੋਰ ਬਹੁਤ ਕੁਝ ਦੇਖਣਾ ਹੈ, ਤਾਂ ਉਦੋਂ ਇਹ ਆਪਣੇ ਸਰੀਰ ਦੀ ਬੇਗੌਰੀ ਤੁਹਾਨੂੰ ਸਗੋਂ ਛੇਤੀ ਲੈ ਜਾਂਦੀ ਹੈ। ਤੇ ਦੇਖ ਰਹੇ ਹਾਂ ਕਿ ਇਸ ਉਮਰ ਵਿੱਚ ਜ਼ਿਆਦਾ ਸਾਡੀਆਂ ਜਵਾਨ ਬੇਟੀਆਂ ਤੁਰ ਜਾਂਦੀਆਂ ਨੇ। ਬਹੁਤ ਮਾੜਾ ਲੱਗਦਾ ਹੈ ਕਿਉਂਕਿ ਸਿਰਫ ਗੱਲ ਕੁਝ ਵੀ ਨਹੀਂ ਸੀ, ਹਲਕੀ ਜਿਹੀ ਇੱਕ ਟੈਸਟ ਦੀ ਸੀ ਜਿਸ ਨਾਲ ਬਚਾਓ ਹੋ ਸਕਦਾ। ਹੁਣ ਇਹਦੇ ਨਾਲ ਦਰਅਸਲ ਹੋਰ ਵੀ ਕੁਝ ਕੁ ਟੈਸਟ ਮੈਂ ਦੱਸਿਆ ਕਿ ਜੇ ਸ਼ੱਕ ਹੋਵੇ, ਐਵੇਂ ਹੀ ਨਹੀਂ ਹਰ ਇੱਕ ਨੇ ਬਿਆਪਸੀ ਕਰਾ ਲੈਣੀ, ਜੇ ਸ਼ੱਕ ਹੋਵੇ ਤਾਂ ਉਸੇ ਹਿੱਸੇ ਉਸੇ ਥਾਂ ਦਾ ਬਰੀਕ ਜਿਹਾ ਤੁਸੀਂ ਲੈ ਕੇ ਹਿੱਸਾ ਇੱਕ ਬਿਆਪਸੀ ਦੀ ਕਰਨੀ ਪੈ ਜਾਂਦੀ ਹੈ। ਤੇ ਜੇ ਲੱਗੇ ਕਿ ਸਾਨੂੰ ਕੋਈ ਉਸ ਥਾਂ ਤੇ ਕੋਈ ਫੈਲਣ ਦਾ ਡਰ ਜਾਂ ਲੱਗਦਾ ਹੈ ਕਿ ਸੈੱਲ ਕਾਫੀ ਗੜਬੜ ਹੋ ਚੁੱਕੇ ਨੇ, ਫਿਰ ਉਸ ਥਾਂ ਤੇ ਤੁਹਾਨੂੰ ਹੋਰ ਵੀ ਟੈਸਟਾਂ ਦੀ, ਕਈ ਵਾਰ DNA ਦੇ ਟੈਸਟ ਵੀ ਕਰਨੇ ਉਸ ਥਾਂ ਦੇ, ਜੋ ਲੈਣੇ ਆ ਥਾਂ ਦਾ ਸਮੀਅਰ ਜਾਂ ਉਸ ਥਾਂ ਦੇ ਸੈੱਲਾਂ ਦਾ DNA ਟੈਸਟਿੰਗ ਵੀ ਸਾਡੇ ਕੋਲ ਅਵੇਲੇਬਲ ਹੈ, ਜਿਸ ਨਾਲ ਛੇਤੀ ਵੀ ਅੱਗੋਂ ਲੱਭ ਕੇ ਤੇ ਉਸੇ ਹਿਸਾਬ ਨਾਲ ਅਰਲੀ ਟ੍ਰੀਟਮੈਂਟ ਵੀ ਸ਼ੁਰੂ ਹੋ ਸਕਦੀ ਹੈ ਤਾਂ ਕਿ ਸ਼ੁਰੂਆਤੀ ਦੌਰ ਵਿੱਚ ਫੜਿਆ ਜਾ ਸਕੇ। ਤੇ ਉਹਦੇ ਨਾਲ ਸਟੇਜਿੰਗ ਕਰਨ ਦੀ ਬਹੁਤ ਅਹਿਮੀਅਤ ਹੈ। ਸਟੇਜਿੰਗ ਦਾ ਮਤਲਬ ਕਿ ਕੀ ਇਹ ਪਹਿਲੀ ਸਟੇਜ ਤੇ ਹੈ ਉੱਥੇ ਹੀ ਲੋਕਲਾਈਜ਼ਡ ਹੈ, ਜਾਂ ਅੱਗੇ ਬੱਚੇਦਾਨੀ ਵੱਲ ਤੁਰ ਗਿਆ, ਜਾਂ ਫਿਰ ਹੋਰ ਸਰੀਰ ਦੇ ਵਿੱਚ ਬਾਕੀ ਹਿੱਸਿਆਂ ਵਿੱਚ ਵੀ ਜਾ ਚੁੱਕਿਆ। ਉਸੇ ਹਿਸਾਬ ਨਾਲ 1 2 3 4 ਜਾਨੀ ਅਸੀਂ ਸਟੇਜ ਬਣਾਉਂਦੇ ਹਾਂ ਕਿ ਇਸ ਬੰਦੇ ਦੀ ਯਾਨੀ ਇਸ ਔਰਤ ਦੀ ਕਿੰਨੀ ਕੁ ਉਮਰ ਰਹਿ ਚੁੱਕੀ ਹੈ, ਜਾਂ ਕਿਸ ਤਰ੍ਹਾਂ ਦਾ ਇਲਾਜ ਕਰਨਾ ਹੈ, ਰੇਡੀਓ ਕਰਨੀ ਹੈ, ਤੁਸੀਂ ਕੀਮੋ ਕਰਨੀ ਹੈ, ਸਰਜਰੀ ਕਿੰਨੀ ਕਰਨੀ ਹੈ ਲੋੜ ਨਹੀਂ ਹੈ। ਤੇ ਉਹੀ ਨਾਲ ਦੇ ਨਾਲ ਉਸੇ ਜਿਸ ਔਰਤ ਵਿੱਚ ਇਹ ਕਾਫੀ ਵੱਡੀ ਮਾਤਰਾ ਚ ਹਿਊਮਨ ਪੈਪਿਲੋਮਾ ਵਾਇਰਸ ਤੇ ਦਿਖ ਰਹੀ ਹੈ, ਤੇ ਜੇ ਓਰਲ ਸੈਕਸ ਉੱਥੇ ਹੋ ਰਿਹਾ ਤਾਂ ਸਮਝੋ ਕਿ ਉਹਦਾ ਸਾਥੀ ਵੀ ਓਨਾ ਹੀ ਖਤਰੇ ਵਿੱਚ ਹੈ। ਸੋ ਉਹਨੂੰ ਵੀ ਇਮੀਡੀਏਟਲੀ ਆਪਣਾ ਜ਼ਰੂਰ ਟੈਸਟ ਉਹਨੂੰ ਵੀ ਕਰਾ ਲੈਣੇ ਚਾਹੀਦੇ ਨੇ। ਜੇ ਗਲੇ ਦੀ ਆਵਾਜ਼ ਉਹਨਾਂ ਦੀ ਤਬਦੀਲੀ ਦਿਖ ਰਹੀ ਹੈ, ਖਾਣ ਪੀਣ ਚ ਕੁਝ ਦਿੱਕਤ ਮਹਿਸੂਸ ਹੋ ਰਹੀ ਹੈ, ਆਵਾਜ਼ ਭਾਰੀ ਹੋਣ ਲੱਗ ਪਈ ਹੈ, ਜਾਂ ਗਲੇ ਵਿੱਚ ਕੋਈ ਗਰੋਥ ਸ਼ੁਰੂ ਹੋ ਰਹੀ ਹੈ, ਤੁਰੰਤ ਉਸ ਥਾਂ ਦਾ ਵੀ ਉਹਨਾਂ ਨੂੰ ਉਸੇ ਹਿਸਾਬ ਨਾਲ ਅਰਲੀ ਟੈਸਟਿੰਗ ਜ਼ਰੂਰੀ ਜੇ। ਕਿਸੇ ਚੰਗੇ ਕੈਂਸਰ ਸਪੈਸ਼ਲਿਸਟ ਜਾਂ ENT ਚੰਗੇ ਸਪੈਸ਼ਲਿਸਟ ਕੋਲੋਂ ਤੁਸੀਂ ਅੰਦਰ ਚੈੱਕਅਪ ਕਰਾਓ। ਜੇ ਮਾੜਾ ਜਿਹਾ ਵੀ ਕਿਸੇ ਥਾਂ ਤੇ ਕੋਈ ਹਲਕੀ ਜਿਹੀ ਵੀ ਗਰੋਥ ਦਿਸਦੀ ਹੈ ਤਾਂ ਇਮੀਡੀਏਟਲੀ ਤੁਸੀਂ ਕੈਂਸਰ ਸਪੈਸ਼ਲਿਸਟ ਜੋ ਇਸ ਨੂੰ ਡੀਲ ਕਰਦੇ ਨੇ ਉੱਥੇ ਪਹੁੰਚੋ ਤਾਂ ਕਿ ਸਟੇਜਿੰਗ ਹੋ ਸਕੇ, ਵੇਲੇ ਸਿਰ ਉਹਨੂੰ ਕੱਢਿਆ ਜਾ ਸਕੇ, ਰੇਡੀਓਥੈਰੇਪੀ ਨਾਲ ਉੱਥੇ ਹੀ ਠੀਕ ਕੀਤਾ ਜਾ ਸਕੇ, ਜਿਹਦੇ ਨਾਲ ਅਸੀਂ ਦੇਖਿਆ ਕਿ ਵੇਲੇ ਸਿਰ ਕਰਨ ਨਾਲ ਲੋਕ 90 95 ਵਰੇ ਦੀ ਉਮਰ ਤੱਕ ਭੋਗ ਕੇ ਜਾਂਦੇ ਨੇ, ਕੋਈ ਬਹੁਤੀ ਦਿੱਕਤ ਨਹੀਂ ਆਉਂਦੀ। ਕਿਉਂਕਿ ਦੇਖੋ ਪਹਿਲੀ ਸਟੇਜ ਵਿੱਚ ਜੇ ਅਸੀਂ ਬੱਚੇਦਾਨੀ ਜਾਂ ਉਹਦਾ ਆਲਾ ਦੁਆਲਾ ਜਿੰਨੀ ਵੀ ਕੋਈ ਗੰਢ ਦੀ ਸ਼ੱਕ ਹੈ ਉਹ ਕੱਢ ਦਿੱਤਾ ਜਾਵੇ ਤਾਂ ਇਸ ਕੈਂਸਰ ਤੋਂ ਬਚਾਓ ਹੋ ਸਕਦਾ ਹੈ।
ਉਸ ਤੋਂ ਬਾਅਦ ਰੇਡੀਏਸ਼ਨ ਜਾਂ ਜਿਵੇਂ ਮੈਂ ਦੱਸਿਆ ਕੀਮੋਥੈਰੇਪੀ ਲੋੜ ਅਨੁਸਾਰ ਹੀ ਦੇਣ ਦੀ ਲੋੜ ਉਹਦੇ ਹੁੰਦੀ ਜੇ। ਪਰ ਇਹਨਾਂ ਵਿੱਚ ਕਈਆਂ ਨੂੰ ਅਸੀਂ ਦੇਖਿਆ ਕਿ ਜਦੋਂ ਇਹ ਆਪਰੇਸ਼ਨ ਜਾਂ ਕੀਮੋਥੈਰੇਪੀ ਸ਼ੁਰੂ ਹੁੰਦੇ ਨੇ, ਬਹੁਤ ਜ਼ਿਆਦਾ ਅਸੀਂ ਦੇਖਿਆ ਕਮਜ਼ੋਰੀ ਮਹਿਸੂਸ ਹੋ ਸਕਦੀ ਹੈ, ਥਕਾਵਟ, ਦਿਲ ਕੱਚਾ ਹੋਣਾ ਜਾਂ ਉਲਟੀਆਂ ਆਉਣ ਲੱਗ ਜਾਣੀਆਂ, ਟੱਟੀਆਂ ਲੱਗ ਜਾਣੀਆਂ, ਸੈੱਲਾਂ ਦਾ ਘਟਣਾ ਸ਼ੁਰੂ ਹੋ ਜਾਣਾ। ਇਹ ਆਮ ਸਾਈਡ ਇਫੈਕਟਸ ਕਾਫੀ ਦੇਖੇ ਗਏ ਨੇ, ਜਿਨ੍ਹਾਂ ਚ ਵਾਲਾਂ ਦਾ ਝੜਨਾ। ਮੈਂ ਇਸ ਕਾਰਨ ਤੁਸੀਂ ਦੀ ਔਰਤ ਹੋ ਤੇ ਦੀ ਔਰਤ ਅਸੀਂ ਸਮਝ ਸਕਦੇ ਹਾਂ ਇੱਕ ਨਿੱਕੀ ਜਿਹੀ ਗੱਲ ਕਿ ਭੁੱਖ ਨਾ ਲੱਗਣੀ, ਕਮਜ਼ੋਰੀ, ਸਭ ਕੁਝ ਔਰਤ ਕਰ ਸਕਦੀ ਹੈ, ਆਪਣੀ ਦਿੱਖ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ। ਸੋ ਅਸੀਂ ਦੇਖਿਆ ਇਹ ਔਰਤਾਂ ਕਾਫੀ ਜ਼ਿਆਦਾ ਡਿਪਰੈਸ਼ਨ ਵਿੱਚ ਚਲੇ ਜਾਣਾ, ਕਈ ਵਾਰ ਸੁਸਾਈਡਲ ਅਟੈਂਪਟ ਕਰ ਲੈਣੀਆਂ, ਜਾਂ ਕਈ ਵਾਰ ਇੰਨੀ ਸੀਵੀਅਰ ਡਿਪਰੈਸ਼ਨ ਵਿੱਚ ਕਿ ਮੇਜਰ ਹਾਰਟ ਅਟੈਕ ਨਾਲ ਹੀ, ਜਾਂ ਉਹਨਾਂ ਨੂੰ ਹੋਰ ਜਿਹੜੇ ਲੱਛਣ ਨਹੀਂ ਵੀ ਸਨ ਉਸ ਪਾਸੇ ਵੱਲ ਨੂੰ ਇਹਨਾਂ ਦਾ ਤੁਰ ਜਾਣਾ ਵੇਖਿਆ ਗਿਆ, ਜੋ ਕਿ ਪੂਰੇ ਟੱਬਰ ਤੇ ਅਸਰ ਪਾਉਂਦਾ। ਸੋ ਇਸੇ ਲਈ ਅੱਜ ਬੜੀ ਇੱਕ ਅਹਿਮ ਗੱਲ ਦੱਸਦੇ ਹਾਂ ਕਿ ਸਾਡੇ ਇੱਕ ਸੋਚ ਵੱਡੀ ਪੱਧਰ ਤੇ ਦੁਨੀਆ ਭਰ ਵਿੱਚ ਤਬਦੀਲ ਹੋ ਰਹੀ ਹੈ। ਜਿਵੇਂ ਰੰਗ ਦੇ ਮਾਮਲੇ ਚ ਕਿ ਗੋਰਾ ਰੰਗ ਦੀ ਗੱਲ ਅਸੀਂ ਗੋਰੇ ਦੀ ਨਹੀਂ ਕਰਨੀ, ਖੂਬਸੂਰਤੀ ਕਾਲੇ ਰੰਗ ਵਿੱਚ ਕੀ ਹੁੰਦੀ ਹੈ। ਬਿਲਕੁਲ ਇਸੇ ਤਰ੍ਹਾਂ ਵਾਲ ਤੁਹਾਡੇ ਥੋੜੇ ਨੇ, ਲੰਬੇ ਨੇ ਜਾਂ ਜਿਵੇਂ ਵੀ ਨੇ, ਖੂਬਸੂਰਤੀ ਹਰ ਤਰ੍ਹਾਂ ਦੇ ਦਿੱਖ ਵਿੱਚ ਹੋ ਸਕਦੀ ਹੈ। ਹੁਣ ਤੇ ਇੰਨੇ ਖੂਬਸੂਰਤ ਸਿਰ ਦੇ ਉੱਤੇ ਰੱਖਣ ਵਾਲੇ ਹੈਟ ਜਾਂ ਤੁਹਾਡੇ ਕੋਲ ਕੀਮੋਥੈਰੇਪੀ ਕੈਪ ਜਾਂ ਇੰਨੀਆਂ ਖੂਬਸੂਰਤ ਕਢਾਈ ਵਾਲੀਆਂ, ਮੀਨਾਕਾਰੀ ਵਾਲੀਆਂ ਆ ਚੁੱਕੀਆਂ ਨੇ ਕਿ ਉਹ ਵਰਤੀਆਂ ਜਾ ਸਕਦੀਆਂ ਨੇ, ਜਾਂ ਬਹੁਤ ਖੂਬਸੂਰਤ ਵਿਗਸ ਆ ਚੁੱਕੀਆਂ ਨੇ, ਬਿਲਕੁਲ ਨੈਚੁਰਲ ਲੱਗਦੀਆਂ, ਉਹ ਵੀ ਪਾਈਆਂ ਜਾ ਸਕਦੀਆਂ ਨੇ। ਸੋ ਇੰਨੀ ਗੱਲ ਵਿੱਚ ਕਿ ਮੈਂ ਹੁਣ ਠੀਕ ਹੋ ਜਾਵਾਂਗੀ, ਇਸ ਰੋਗ ਮੁਕਤ ਹੋ ਜਾਵਾਂਗੀ, ਕਾਰਨ ਤੁਸੀਂ ਇੰਨੀ ਕੁ ਗੱਲ ਤੇ ਡਿਪਰੈਸ਼ਨ ਵਿੱਚ ਨਾ ਜਾਓ। ਇੱਕ ਹੋਰ ਵੱਡਾ ਨੁਕਤਾ, ਜੇ ਇਜਾਜ਼ਤ ਦਿਓ ਵੀ ਗੱਲ ਕਰਨਾ ਚਾਹਾਂਗੀ। ਜੀ ਬਿਲਕੁਲ, ਕਿਉਂਕਿ ਤੁਸੀਂ ਵਿੱਚ ਜ਼ਿਕਰ ਕਰ ਰਹੇ ਦਿੱਤਾ, ਮੈਂ ਉਹ ਗੱਲ ਪੁੱਛਣੀ ਸੀਗੀ, ਕਿਉਂਕਿ ਜਿਸ ਤਰੀਕੇ ਨਾਲ ਜਦ ਕੈਂਸਰ ਦਾ ਨਾਂ ਆਉਂਦਾ ਨਾ, ਤੇ ਭਾਵੇਂ ਅੱਜ ਇਲਾਜ ਨੇ, ਭਾਵੇਂ ਅੱਜ ਮੈਡੀਕਲ ਬਹੁਤ ਤਰੱਕੀ ਕਰ ਚੁੱਕਿਆ, ਲੇਕਿਨ ਤਾਂ ਵੀ ਇੱਕ ਜ਼ਿਹਨ ਦੇ ਵਿੱਚ ਇੱਕ ਡਰ ਬਣਿਆ ਹੋਇਆ ਹੈ ਕਿ ਕੈਂਸਰ ਯਾਨੀ ਕਿ ਮੌਤ ਤੱਕ ਦਾ ਸਫ਼ਰ, ਕੈਂਸਰ ਯਾਨੀ ਕਿ ਸਾਨੂੰ ਬਹੁਤ ਜੇਰੇ ਇਲਾਜ ਤੋਂ ਗੁਜ਼ਰਨਾ ਪਵੇਗਾ, ਕੈਂਸਰ ਯਾਨੀ ਕਿ ਖਰਚਾ ਵੀ ਬਹੁਤ ਜ਼ਿਆਦਾ, ਪਰਿਵਾਰ ਸਫਰ ਹੋਵੇਗਾ। ਉਸ ਤੋਂ ਬਾਅਦ ਤੁਸੀਂ ਜ਼ਿਕਰ ਕੀਤਾ ਕਿ ਦਿੱਖ ਦਾ, ਖਾਸ ਕਰਕੇ ਕਿ ਵਾਲਾਂ ਦਾ ਝੜ ਜਾਣਾ, ਰੇਡੀਓਥੈਰੇਪੀ, ਕੀਮੋਥੈਰੇਪੀ, ਇਹ ਸਭ ਚੀਜ਼ਾਂ ਤੋਂ ਗੁਜ਼ਰਨਾ ਇੱਕ ਟਰਾਮਾ ਹੈ ਆਪਣੇ ਆਪ ਦੇ ਵਿੱਚ, ਕਿਉਂਕਿ ਜਿਹੜੀ ਬਿਮਾਰੀ ਹੋਈ ਹੈ ਕੈਂਸਰ, ਸ਼ਾਇਦ ਉਹ ਸਰੀਰ ਨੂੰ ਇੰਨਾ ਇਫੈਕਟ ਨਾ ਕਰੇ, ਲੇਕਿਨ ਇਹ ਜਿਹੜੀ ਸੋਚ ਹੈ ਇਹ ਜ਼ਿਆਦਾ ਇਫੈਕਟਡ ਹੈ, ਔਰ ਇਹ ਜ਼ਿਆਦਾ ਇਫੈਕਟ ਕਰਦੀ ਹੈ। ਉਸ ਦੇ ਨਾਲ ਇੱਕ ਇਨਸਾਨ ਜ਼ਿਆਦਾ ਗਿਰ ਜਾਂਦਾ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਉਸ ਦੇ ਨਾਲ ਸਰੀਰ 'ਚ ਕਮਜ਼ੋਰੀ ਜ਼ਿਆਦਾ ਪਾਈ ਜਾਂਦੀ ਹੈ। ਅਸੀਂ ਜ਼ਿਕਰ ਤਾਂ ਕਰ ਰਹੇ ਹਾਂ, ਤੁਸੀਂ ਸਾਰੇ ਤੱਥ ਵੀ ਦੱਸ ਰਹੇ ਹੋ, ਮੈਨੂੰ ਸਵਾਲ ਪੁੱਛਣ ਦਾ ਵੀ ਤੁਸੀਂ ਮੌਕਾ ਨਹੀਂ ਦਿੰਦੇ ਕਿਉਂਕਿ ਤੁਸੀਂ ਆਪੇ ਹੀ ਸਾਰੇ ਗੱਲ ਕਲੀਅਰ ਕਰ ਦਿੰਦੇ ਹੋ। ਲੇਕਿਨ ਇੱਕ ਜਿਹੜਾ ਅਸੀਂ ਵੈਕਸੀਨੇਸ਼ਨ ਇੰਜੈਕਸ਼ਨ ਦਾ ਜ਼ਿਕਰ ਕੀਤਾ ਸੀ ਸਟਾਰਟਿੰਗ 'ਚ ਕਿ ਹੁਣ ਆ ਗਿਆ ਸਾਇੰਸ ਦੇ ਵਿੱਚ, ਕੀ ਉਹ ਇੰਜੈਕਸ਼ਨ ਇਸ ਚੀਜ਼ ਲਈ ਹੈ ਕਿ ਜੇਕਰ ਪਾਇਆ ਗਿਆ ਹੈ, ਡਾਇਗਨੋਜ਼ ਹੋਇਆ ਹੈ, ਤਾਂ ਲਗਵਾਇਆ ਜਾਏਗਾ ਤਾਂ ਠੀਕ ਹੋ ਜਾਏਗਾ, ਜਾਂ ਉਸ ਤੋਂ ਪਹਿਲੇ ਲਗਵਾਉਣ ਦੇ ਵਿੱਚ ਇਹ ਮਦਦਗਾਰ ਹੋਏਗਾ ਕਿ ਇਹ ਜੋ ਕੈਂਸਰ ਹੈ ਉਹ ਨਹੀਂ ਹੋਵੇਗਾ? ਦੇਖੋ, ਜਿਹੜਾ ਟੀਕਾ ਹੈ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਸਿਰਫ ਜਿਹੜਾ ਨੁਕਤਾ ਦੱਸਣ ਲੱਗੀ ਸੀ। ਇੱਕ ਬਹੁਤ ਅਹਿਮ ਸਵਾਲ ਹੁੰਦਾ ਕਿ ਮੈਨੂੰ ਹੀ ਕਿਉਂ। ਜਦੋਂ ਕਿਸੇ ਨੂੰ ਕੈਂਸਰ ਹੁੰਦਾ ਜੇ ਤਾਂ ਇਹ ਆਮ ਸਭ ਤੋਂ ਪਹਿਲੀ ਸਟੇਜ ਹੁੰਦੀ ਹੈ ਨਾ ਕਰਨ ਦੀ। ਨਹੀਂ ਨਹੀਂ, ਗਲਤ ਹੈ, ਡਾਕਟਰ ਨੇ ਕਿਹਾ, ਮੈਂ ਡਾਕਟਰ ਬਦਲ ਕੇ ਦੇਖਦਾ, ਜਾਂ ਇਹ ਲੈਬੋਰੇਟਰੀ ਗਲਤ ਹੈ, ਮੈਂ ਲੈਬੋਰੇਟਰੀ ਬਦਲ ਕੇ ਦੇਖਦਾ। ਇਹ ਨਾਰਮਲ, ਇਹ ਬਿਲਕੁਲ ਅਬਨੋਰਮਲ ਨਹੀਂ ਹੈ। ਲਗਭਗ ਮੈਂ ਤੁਹਾਨੂੰ ਇਹ ਦੱਸ ਦਿਆਂ 99.9% ਲੋਕਾਂ ਦਾ ਪਹਿਲਾ ਇਹੋ ਹੁੰਦਾ, ਨਹੀਂ ਇਹ ਹੋ ਹੀ ਨਹੀਂ ਸਕਦਾ, ਡਾਕਟਰ ਬਦਲੋ ਜਾਂ ਟੈਸਟ ਬਦਲੋ। 99.9% ਤੇ ਕਰਨਾ ਵੀ ਚਾਹੀਦਾ, ਕਿਉਂ ਨਾ ਕੀਤਾ ਜਾਏ। ਸੋ ਜਦੋਂ 2 3 4 ਜਾਂ 5 ਡਾਕਟਰ ਕਨਫਰਮ ਕਰਦੇ ਨੇ, ਜਾਂ ਤੁਸੀਂ 2 3 ਜਾਂ 4 ਲੈਬੋਰੇਟਰੀਆਂ ਰਾਹੀਂ ਕਨਫਰਮ ਹੋ ਜਾਏ ਕਿ ਇਹ ਹੈ, ਤੇ ਸਟੇਜਿੰਗ ਹੁੰਦੀ ਜਾਂਦੀ ਹੈ, ਉਦੋਂ ਇੱਕ ਤੁਹਾਨੂੰ ਜਿਵੇਂ ਪਹਿਲਾਂ ਤਾਂ ਨਕਾਰਨ ਦੀ ਗੱਲ ਹੈ ਹੀ ਨਹੀਂ, ਦੂਜੀ ਹੁੰਦਾ ਮੈਨੂੰ ਹੀ ਕਿਉਂ। ਉਹ ਸਟੇਜ ਆਉਂਦੀ ਹੈ ਜਦੋਂ ਅਸੀਂ ਕਾਫੀ ਮੰਦੀ ਸ਼ਬਦਾਵਲੀ, ਔਰ ਕੋਈ ਲੱਭਦਾ ਨਹੀਂ, ਰੱਬ ਨੂੰ ਕੋਸਦੇ ਆ ਕਿ ਰੱਬ ਹੈ ਜਾਂ ਨਹੀਂ ਹੈ, ਤੇ ਕੋਈ ਮੈਂ ਕਿੰਤੂ ਪ੍ਰੰਤੂ ਨਹੀਂ ਕਰ ਰਹੀ। ਪਰ ਆਮ ਤੌਰ ਤੇ ਸਭ ਤੋਂ ਅਹਿਮ ਚੀਜ਼ ਇਹੋ ਹੁੰਦੀ ਹੈ
ਇਹ ਰੱਬ ਮੇਰੇ ਨਾਲ ਦੁਸ਼ਮਣੀ ਕਰ ਰਿਹਾ, ਮੇਰੇ ਨਾਲ ਹੀ ਕਿਉਂ, ਮੇਰੇ ਤੋਂ ਕੀ ਮਾੜਾ ਹੋ ਗਿਆ, ਮੈਂ ਕਿਸੇ ਦਾ ਕੀ ਮਾੜਾ ਕੀਤਾ ਕਿ ਮੈਨੂੰ ਇਹ ਹੋਇਆ। ਇਹ ਸੈਕਿੰਡ ਸਟੇਜ ਹੈ ਜਿੱਥੇ ਤੁਹਾਨੂੰ ਉਦੋਂ ਇੱਕ ਮੰਨਣ ਤੇ ਨਾ ਮੰਨਣ ਦੇ ਵਿਚਲੀ ਜੰਗ ਵਿੱਢ ਰਿਹਾ ਹੁੰਦਾ ਤੁਹਾਡਾ ਦਿਮਾਗ। ਆਪਣੇ ਆਪ ਤੇ ਕੁਝ ਨੈਗੇਟਿਵ ਥਾਟਸ ਆਉਂਦੇ ਨੇ ਵੀ ਮੇਰੇ ਤੋਂ ਬਹੁਤ ਮਾੜਾ ਹੋਇਆ, ਜਾਂ ਆਪਣੇ ਆਪ ਥੋਪ ਲੈਂਦੇ ਆ ਫਲਾਣੇ ਨੂੰ ਅਸੀਂ ਇਹ ਕਹਿਤਾ ਸੀ ਸ਼ਾਇਦ ਉਸ ਕਾਰਨ ਹੋ। ਤੀਜੀ ਸਟੇਜ ਆਉਂਦੀ ਜੇ ਕਿ ਚਲੋ ਹੋ ਗਿਆ, ਸਹਿਜ ਹੁੰਦਾ ਜੇ ਉਦੋਂ ਬੰਦਾ ਹੋ ਗਿਆ, ਹੁਣ ਇਲਾਜ ਕੀਤਾ ਜਾਵੇ। ਇਹ ਜੇ ਪਹਿਲੀਆਂ ਦੋ ਸਟੇਜਾਂ ਤੋਂ ਤੁਸੀਂ ਕਿਸੇ ਵੀ ਨਾਰਮਲ ਹਿਊਮਨ ਬੀਇੰਗ ਨੂੰ ਨਾ ਕਰਦੇ ਹੋ, ਜਾਂ ਔਰਤ ਨੂੰ ਤੁਸੀਂ ਸਮਝਾਉਣ ਦਾ ਯਤਨ ਕਰਨ ਲੱਗ ਜਾਂਦੇ ਹੋ, ਕੀ ਹੈ ਤੈਨੂੰ ਹੋਇਆ, ਕੀ ਹੈ, ਕੀ ਕਰ ਰਹੀ ਹੈ, ਪਾਗਲ ਹੋ ਗਈ ਹੈ ਫਲਾਣਾ, क्षमा करियो पर ਇਹ ਸ਼ਬਦਾਵਲੀ ਸਾਡੇ ਸਾਹਮਣੇ ਵੀ ਲੋਕ ਵਰਤਦੇ ਨੇ, ਦੇਖਿਆ। ਇਹ ਨਹੀਂ ਵਰਤਣੀ ਚਾਹੀਦੀ, ਕਿਉਂਕਿ ਦੇਖੋ ਇਹ ਤਾਂ ਕਿਸੇ ਨੂੰ ਵੀ ਕਦੇ ਵੀ ਇਹ ਬਿਮਾਰੀ ਫੜ ਸਕਦੀ ਹੈ, ਤੇ ਇਹ ਨਾਰਮਲ ਸਟੇਜਿੰਗ ਹੁੰਦੀ ਹੈ ਜਿਹਨੂੰ ਸਗੋਂ ਸਮਾਂ ਦਿਓ ਕਿ ਉਹ ਬੰਦਾ ਸਹਿਜ ਹੋ ਸਕੇ। ਤੇ ਤੀਜੀ ਸਟੇਜ ਤੇ ਜਦੋਂ ਉਹ ਔਰਤ ਉਹਨੇ ਨੂੰ ਜਾਂ ਕਿਸੇ ਵੀ ਬੰਦੇ ਨੂੰ ਵੀ ਕੈਂਸਰ ਹੋਵੇ, ਉਹ ਮੰਨ ਲੈਂਦਾ ਕਿ ਹਾਂ ਮੈਂ ਇਲਾਜ ਕਰਨਾ ਹੈ, ਤਾਂ ਉਹਦੀ ਆਪਣੀ ਅੰਦਰ ਪੋਜ਼ਿਟਿਵ ਹਾਰਮੋਨਸ ਨਿਕਲਦੇ ਨੇ ਜਿਹੜੇ ਇਸ ਜੰਗ ਨੂੰ ਵਿੱਢਣ ਦਾ ਐਲਾਨ ਕਰਦੇ ਨੇ। ਉਹੀ ਨੇ ਜਿਹੜੇ ਅਸਲ ਵਿੱਚ ਤੁਹਾਨੂੰ ਇਲਾਜ ਨੂੰ ਵੀ ਜਰ ਸਕਣਗੇ, ਬਿਮਾਰੀ ਨੂੰ ਵੀ ਠੱਲ ਪਾ ਸਕਣਗੇ ਤੇ ਲੰਬੀ ਉਮਰ ਭੋਗਣ ਦੇ ਸਮਰੱਥ ਵੀ ਬਣਾਉਣਗੇ। ਇਹ ਥਰਡ ਸਟੇਜ ਉਦੋਂ ਹੀ ਆਉਂਦੀ ਹੈ ਜਦੋਂ ਅਸੀਂ ਮੰਨਦੇ ਹਾਂ ਹੋ ਗਿਆ, ਪਰ ਹੁਣ ਮੈਂ ਇਹਦੇ ਵਿਰੁੱਧ ਡਟ ਕੇ ਲੜਨਾ, ਖੜੇ ਹੋਣਾ, ਤੇ ਮੈਂ ਇਹ ਜੰਗ ਜਿੱਤ ਕੇ ਪਾਉਣੀ ਹੈ। ਕੈਂਸਰ ਸਰਵਾਈਵ ਦੇਖਿਆ ਜਾ ਚੁੱਕਿਆ। ਸੋ ਇਹ ਸਟੇਜਿੰਗ ਵਿੱਚ ਚੌਥੀ ਤੇ ਆਖਰੀ ਸਟੇਜ ਹੁੰਦੀ ਹੈ ਜਦੋਂ ਕੈਂਸਰ ਦੇ ਇਲਾਜ ਤੋਂ ਬਾਅਦ ਇਹੋ ਜਿਹੇ ਹਾਲਾਤ ਵਿੱਚੋਂ ਲੰਘਣਾ। ਉਦੋਂ ਟੱਬਰ ਦੀ ਸਪੋਰਟ ਜਾਂ ਫਰੈਂਡਸ ਦੀ ਸਪੋਰਟ ਬਹੁਤ ਅਹਿਮ ਹੁੰਦੀ ਜੇ। ਡਾਕਟਰ ਅਹਿਮ ਰੋਲ ਨਿਭਾ ਸਕਦੇ ਨੇ, NGO ਦੇ ਇੱਥੇ ਮਦਦ ਕਰ ਸਕਦੇ ਨੇ, ਉਦੋਂ ਇਹ ਚੀਜ਼ ਦੀ ਲੋੜ ਹੁੰਦੀ ਜੇ। ਖੈਰ ਤੁਸੀਂ ਪੁੱਛਿਆ ਸੀ ਟੀਕੇ ਬਾਰੇ, ਜੇ ਇਜਾਜ਼ਤ ਦਿਓ ਦੋ ਤਿੰਨ ਨਵੀਆਂ ਖੋਜਾਂ ਉਸ ਤੋਂ ਪਹਿਲਾਂ ਦੱਸਦੇ ਹਾਂ, ਫਿਰ ਟੀਕੇ ਬਾਰੇ ਮੈਂ ਜ਼ਰੂਰ ਦੱਸਾਂਗੀ ਜੀ। ਉਹ ਨਵੀਆਂ ਖੋਜਾਂ ਵਿੱਚ ਮੈਂ ਪਹਿਲਾਂ ਦੱਸਿਆ ਕਿ ਜਿਨ੍ਹਾਂ ਨੂੰ ਡਰ ਲੱਗਦਾ ਹੋਏ ਇੱਥੇ ਸਾਹਮਣੇ ਮੌਤ ਹੀ ਖੜੀ ਹੈ ਇਸ ਵੇਲੇ, ਇੱਕ ਅਸੀਂ ਨਵੀਂ ਜੋ ਖੋਜਾਂ ਨੇ ਉਹਨਾਂ ਅਧੀਨ ਕੀ ਕੀਤਾ ਜਾਂਦਾ ਹੈ ਕਿ ਜਿਹੜੀ ਪ੍ਰੋਟੀਨ ਕੈਂਸਰ ਸੈੱਲਾਂ ਨੂੰ ਖੁਰਾਕ ਪਹੁੰਚਾਉਂਦੀ ਹੈ ਨਾ, ਨਵੀਆਂ ਖੋਜਾਂ ਦੌਰਾਨ ਅਸੀਂ ਉਸ ਨੂੰ ਪ੍ਰੋਟੀਨ ਨੂੰ ਬਦਲ ਕੇ ਹੀ ਦੇਖ ਲਿਆ। ਤਾਂ ਤੁਸੀਂ ਸਮਝ ਲਓ ਕਿ ਕੈਂਸਰ ਦੇ ਸੈੱਲਾਂ ਨੂੰ ਖੁਰਾਕ ਹੀ ਨਹੀਂ ਪਹੁੰਚੀ। ਇਹ ਹੁੰਦਾ ਜੇ ਨਵੀਂ ਖੋਜਾਂ ਦਾ ਨਤੀਜਾ। ਇਹਨੂੰ ਅਸੀਂ ਵੈਸਕੂਲਰ ਐਂਡੋਥੀਲੀਅਲ ਗਰੋਥ ਫੈਕਟਰ ਪ੍ਰੋਟੀਨ ਹੁੰਦੀ ਜੇ, ਜਿਸ ਨੂੰ ਅਸੀਂ ਐਵਾਸਟਿਨ ਦਵਾਈ ਦੇ ਨਾਲ ਮਾਰ ਮੁਕਾ ਦਿੰਦੇ ਹਾਂ, ਸੋ ਕੈਂਸਰ ਦੇ ਸੈੱਲ ਖੁਰਾਕ ਹੀ ਨਹੀਂ ਲੈ ਸਕਦੇ, ਮਰ ਮੁੱਕ ਜਾਂਦੇ। ਬਹੁਤਾ ਵੱਡਾ ਚੀਰ ਫਾੜ ਦੀ ਲੋੜ ਨਹੀਂ ਹੁੰਦੀ। ਇਸ ਤਰ੍ਹਾਂ ਵੀ ਤੇ ਇੱਕ ਹੋਰ ਅਹਿਮ ਬੜੀ ਖੋਜ ਆ ਚੁੱਕੀ ਹੈ, ਇਮਿਊਨ ਥੈਰੇਪੀ, ਜਿਹਦੇ ਵਿੱਚ ਤੁਸੀਂ ਔਰਤ ਦੇ ਜਾਂ ਬੰਦੇ ਨੂੰ ਜੇ ਹੋਇਆ, ਉਹਦੇ ਸਰੀਰ ਦੇ ਅੰਦਰਲੇ ਇਮਿਊਨ ਸੈੱਲਾਂ ਨੂੰ ਹੀ ਤਗੜੇ ਕਰ ਦਿੱਤਾ ਜਾਂਦਾ ਹੈ। ਉਹਨਾਂ ਨੂੰ ਜੰਗ ਵਿੱਢਣ ਲਈ ਇੱਕ ਨਵੇਂ ਫੌਜੀ ਖੜੇ ਕਰ ਦਿੱਤੇ ਜਾਂਦੇ ਨੇ ਕਿ ਜਾਓ ਆਪਣੇ ਸਰੀਰ ਅੰਦਰ ਹੀ ਜੰਗ ਵਿੱਢੋ। ਸੋ ਉਹ ਕੀ ਕਰਦੇ ਨੇ, ਕੈਂਸਰ ਸੈੱਲਾਂ ਦੇ ਆਲੇ ਦੁਆਲੇ ਜੋ ਸੈਂਸਰ ਲੱਗੇ ਹੁੰਦੇ ਨੇ ਨਾ, ਉਹ ਇਹ ਸੈਂਸਰਾਂ ਨੂੰ ਖਤਮ ਕਰ ਦਿੰਦੇ ਨੇ, ਯਾਨੀ ਉਹ ਉਹਨਾਂ ਦੇ ਉੱਪਰ ਚਿਪਕ ਜਾਂਦੇ ਨੇ। ਸੋ ਉਹਨਾਂ ਨੂੰ ਇਹ ਫਿਰ ਤਾਂ ਕਿ ਉਹ ਚੱਬੇ ਜਾਣ ਤੋਂ ਜਿਹੜੇ ਰੋਕ ਰਹੇ ਹੁੰਦੇ ਨੇ ਨਾ ਸੈਂਸਰ, ਉਹਨਾਂ ਨੂੰ ਇਹ ਮਾਰ ਮੁਕਾ ਦਿੰਦੇ ਨੇ ਕਿ ਕੈਂਸਰ ਦੇ ਸੈੱਲ ਸਾਡੇ ਹੀ ਨਾਰਮਲ ਸਰੀਰ ਦੇ ਸੈੱਲ ਖਤਮ ਕਰਦੇ ਆ। ਸੋ ਇਹੋ ਜਿਹੀਆਂ ਕਮਾਲ ਦੀਆਂ ਖੋਜਾਂ ਆ ਚੁੱਕੀਆਂ ਹੋਈਆਂ ਨੇ ਇਹਨਾਂ 'ਚ। ਮੈਂ ਹੁਣ ਦੱਸ ਦਿਆਂ ਟੀਕੇ ਬਾਰੇ ਹੀ ਦੱਸਣ ਲੱਗੀਆਂ, ਉਸ ਤੋਂ ਬਾਅਦ ਮੈਂ ਦੱਸਣਾ ਚਾਹਾਂਗੀ ਕੀ ਖੁਰਾਕ ਲਈ ਜਾਵੇ, ਕਿਵੇਂ ਤੁਸੀਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹੋ, ਕਿਵੇਂ ਫਿਰ ਕੀ ਗਰਭ ਠਹਿਰਿਆ ਜਾ ਸਕਦਾ ਜਾਂ ਨਹੀਂ, ਕਿੰਨੀ ਉਮਰ ਪੂਰੀ ਜਾ ਸਕਦੀ। ਉਸ ਤੋਂ ਪਹਿਲਾਂ ਅਹਿਮ ਗੱਲ ਟੀਕੇ ਬਾਰੇ ਜ਼ਰੂਰ ਦੱਸ ਦਈਏ ਕਿ ਟੀਕਾ, ਜਿਵੇਂ ਤੁਸੀਂ ਬੜਾ ਕਮਾਲ ਦਾ ਸਵਾਲ ਪੁੱਛਿਆ ਸੀ ਕਿ ਕੀ ਕੈਂਸਰ ਹੋਣ ਤੋਂ ਬਾਅਦ ਵੀ ਅਸਰਦਾਰ ਹੈ, ਬਿਲਕੁਲ ਵੀ ਨਹੀਂ। ਟੀਕੇ ਦਾ ਕੰਮ ਬਚਾਓ ਦਾ ਹੁੰਦਾ, ਇਸੇ ਲਈ ਇਹਦੀ ਉਮਰ ਨਿਰਧਾਰਿਤ ਕਰ ਦਿੱਤੀ ਗਈ ਹੈ ਕਿ 9 ਤੋਂ 14 ਸਾਲ ਦੇ। ਇਹ ਉਮਰ ਹੀ ਤਾਂ ਰੱਖੀ ਹੈ ਕਿ ਉਦੋਂ ਅਸੀਂ ਐਕਸਪੈਕਟ ਕਰਦੇ ਹਾਂ ਕਿ ਮੁੰਡੇ ਜਾਂ ਕੁੜੀਆਂ ਦੋਨਾਂ ਨੂੰ ਹੀ ਇਹ ਟੀਕਾ ਲੱਗਣਾ ਜੀ। ਉਮਰ ਇਸ ਕਰਕੇ ਚੁਣੀ ਗਈ ਕਿ ਜੇ ਇੱਕ ਵਾਰ ਉਹ ਵਾਇਰਸ ਆ ਚੁੱਕੀ, ਸਰੀਰਕ ਸੰਬੰਧ ਇੱਕ ਵੀ ਵਾਰ ਬਣ ਚੁੱਕੇ, ਉਹ ਪਹੁੰਚ ਚੁੱਕੀ ਜੇ, ਉਸ ਨੂੰ ਨਹੀਂ ਰੋਕ ਸਕਣਾ ਇਹਨੇ। ਤਾਂ ਉਸ ਵਾਇਰਸ ਦੇ ਆਦਾਨ ਪ੍ਰਦਾਨ ਤੋਂ ਪਹਿਲਾਂ ਹੀ ਇਹ ਬਚਾਓ ਦਾ ਟੀਕਾ ਲੱਗਣਾ ਜ਼ਰੂਰੀ ਜੇ। ਇਹ 16 ਤੇ 18 ਦੋ ਕਿਸਮਾਂ ਜੋ ਮਾਰੂ ਨੇ,
ਉਹਨਾਂ ਤੋਂ ਬਚਾਉਂਦਾ ਜੇ। ਨਾਲੋਂ ਨਾਲ ਜਿਹੜੀਆਂ 6 ਤੇ 11 ਦੋ ਕਿਸਮਾਂ ਜੋ ਵਾਟਸ ਬਣਾਉਂਦੀਆਂ ਨੇ ਪਰ ਉਹ ਹਮ ਕੈਂਸਰ ਕਰ ਰਹੀਆਂ, ਉਹਨਾਂ ਤੋਂ ਵੀ ਬਚਾਓ ਕਰ ਦਿੰਦਾ। ਹਮ ਸੋ 9 ਤੋਂ 14 ਸਾਲ ਦੇ ਮੁੰਡੇ ਤੇ ਕੁੜੀਆਂ ਨੂੰ ਗਾਰਡਾਸਿਲ 9 ਇਹ ਟੀਕੇ ਦਾ ਨਾਮ ਹੁੰਦਾ, ਜੋ ਅਹ, ਅਸੀਂ 2 ਵਾਰ 6 ਮਹੀਨਿਆਂ ਦੇ ਫਰਕ ਤੇ ਲਾਉਂਦੇ ਆਂ। ਜੇ ਉਮਰ 15 ਸਾਲ ਤੋਂ ਵੱਧ ਹੋ ਜਾਏ ਪਰ ਅਜੇ ਸਰੀਰਕ ਸੰਬੰਧ ਨਾ ਬਣੇ ਹੋਣ ਤਾਂ ਉਦੋਂ 6 ਮਹੀਨਿਆਂ ਦੇ ਫਰਕ ਦੇ ਵਿੱਚ 3 ਟੀਕੇ ਲੱਗਦੇ ਨੇ, 2 ਦੀ ਹਮ ਬਜਾਏ 3 ਲਾਣੇ ਪੈਂਦੇ। ਹਮ ਹੁਣ ਇਹ ਖਾਸ ਤੌਰ ਤੇ ਮੈਂ ਫਿਰ ਇੱਕ ਵਾਰ ਦੁਹਰਾਉਣਾ ਚਾਹੁੰਦੀ, ਕਈ ਵਾਰ ਲੋਕਾਂ ਦਾ ਖਿਆਲ ਨਹੀਂ ਰਹਿੰਦਾ, ਇੱਕ ਵਾਰ ਕੈਂਸਰ ਸ਼ੁਰੂ ਹੋ ਚੁੱਕਾ ਇਹ ਟੀਕਾ ਨਾ ਲਵਾਇਓ, ਉਦੋਂ ਇਹ ਬੇਅਸਰ ਹੋ ਜਾਂਦਾ। ਹਮ ਖੁਰਾਕ ਦਾ ਅਹਿਮ ਰੋਲ ਮੈਂ ਜ਼ਰੂਰ ਸਾਂਝਾ ਕਰਨਾ ਚਾਹੁੰਦੀ ਹਾਂ, ਕਿਉਂਕਿ ਖੁਰਾਕ ਜਿਹੜੇ ਸਾਡੇ ਸਰੀਰ ਨੂੰ ਕੈਂਸਰ ਹੋਣ ਤੋਂ ਬਚਣ ਲਈ ਵੀ ਤੇ ਕੈਂਸਰ ਹੋਣ ਤੋਂ ਬਾਅਦ ਵੀ ਕਿਸ ਤਰੀਕੇ ਅਸੀਂ ਸਿਹਤਮੰਦ ਰਹਿ ਸਕਦੇ ਹਾਂ ਉਹਦੇ ਸੰਬੰਧੀ ਜ਼ਰੂਰੀ ਹੈ। ਸੋ ਹਰੀਆਂ ਸਬਜ਼ੀਆਂ ਜਿਨ੍ਹਾਂ ਤੇ ਛਿੜਕਾ ਨਾ ਹੋਇਆ ਹੋਵੇ, ਯਾਨੀ ਹਮ ਅਸੀਂ ਉਹਦੇ ਉੱਤੇ ਜ਼ਹਿਰ ਛਿੜਕ ਦਿੱਤਾ ਹੈ, ਫਿਰ ਤੇ ਅਸੀਂ ਹੋਰ ਵੀ ਕਈ ਕਿਸਮ ਦੀਆਂ ਮਾਰੂ ਬਿਮਾਰੀਆਂ ਲਵਾਂਗੇ। ਸੋ ਜੇ ਲੋੜੋਂ ਵੱਧ ਉਸ ਤੇ ਸਪਰੇ ਨਹੀਂ ਕੀਤੇ ਗਏ ਕੀਟਨਾਸ਼ਕ ਸਪਰੇ, ਤਾਂ ਫਿਰ ਸਾਨੂੰ ਇਹ ਹਰੀਆਂ ਸਬਜ਼ੀਆਂ ਫਲ ਕਾਫੀ ਲੈਣੇ ਚਾਹੀਦੇ ਨੇ। ਮੈਂ ਸਪਸ਼ਟ ਕਰ ਦਿਆਂ, ਖੰਡ, ਸ਼ੱਕਰ, ਗੁੜ, ਸ਼ਹਿਦ ਘੱਟ ਲਓ, ਬਲਕਿ ਖੰਡ ਤਾਂ ਨਾ ਹੀ ਲਓ। ਸ਼ਹਿਦ, ਸ਼ੱਕਰ, ਗੁੜ ਜੇ ਤੁਸੀਂ ਲੈਣਾ ਵੀ ਚਾਹੁੰਦੇ ਹੋ ਤਾਂ ਹਫ਼ਤੇ 'ਚ ਇੱਕ ਵਾਰ ਲੈ ਸਕਦੇ ਹੋ। ਇਸ ਤੋਂ ਉੱਪਰ ਨਹੀਂ ਲੈਣੀ ਚਾਹੀਦੀ। ਦੁੱਧ, ਚਾਹ ਫਿੱਕਾ ਲਓ। ਮਠਿਆਈਆਂ ਤੋਂ ਪਰਹੇਜ਼ ਕਰੋ ਤਾਂ ਤੁਸੀਂ ਲੰਬੀ ਉਮਰ ਭੋਗ ਸਕਦੇ ਹੋ। ਬਿਲਕੁਲ ਇੰਜ ਮੈਂ ਬਿਲਕੁਲ ਨਹੀਂ ਕਿਹਾ ਕਦੇ ਵੀ ਨਾ ਖਾਓ, ਕਿ ਤੁਸੀਂ ਹਫ਼ਤੇ 'ਚ ਇੱਕ ਵਾਰ ਜ਼ਰੂਰ ਲੈ ਸਕਦੇ ਹੋ। ਇਸੇ ਤਰ੍ਹਾਂ ਵਾਧੂ ਠੰਡਾ, ਵਾਧੂ ਨਮਕ, ਇਹ ਸਿਰਫ ਸਰੀਰ ਅੰਦਰ ਰੋਗ ਪੈਦਾ ਕਰਦੇ ਨੇ। ਸੋ ਇਹਨਾਂ ਤੋਂ ਸਪਸ਼ਟ ਰੂਪ ਵਿੱਚ ਤੁਹਾਨੂੰ ਬਚਾਓ ਕਰਨਾ ਹੀ ਪੈਣਾ। ਹੁਣ ਫਿਰ ਇਲਾਜ ਜਦੋਂ ਹੋ ਗਿਆ, ਭੁੱਖ ਮਰ ਜਾਂਦੀ ਜੇ, ਕਈ ਵਾਰ ਤੁਹਾਡਾ ਸਰੀਰ ਕਮਜ਼ੋਰ ਮਹਿਸੂਸ ਕਰਦਾ ਜੇ, ਤਾਂ ਉਦੋਂ ਸੰਤੁਲਿਤ ਖੁਰਾਕ ਤੇ ਛੇਤੀ ਹਜ਼ਮ ਹੋ ਜਾਣ ਵਾਲੀ ਖੁਰਾਕ ਜਿਸ ਵਿੱਚ ਵਾਧੂ ਕੈਲਰੀਆਂ ਵੀ ਹੋਣ, ਉਦੋਂ ਲੈਣ ਦੀ ਲੋੜ ਹੁੰਦੀ। ਯਾਨੀ ਜੋ ਮੈਂ ਚੀਜ਼ ਹੁਣ ਰੋਕੀ, ਉਦੋਂ ਤੁਸੀਂ ਦੇਸੀ ਘਿਓ ਹਲਕੀ ਹਮ ਮਾਤਰਾ 'ਚ ਇੱਕ ਕੌਲੀ ਭਰ ਕੇ ਪੀ ਲੈਣਾ। ਪਰ ਕਿਉਂਕਿ ਤੁਸੀਂ ਉਦੋਂ ਕੈਲਰੀਜ਼ ਪੂਰੀਆਂ ਕਰਨੀਆਂ, ਸੋ ਉਸ ਆਪਣੇ ਸਰੀਰ ਦੇ ਹੋਰ ਰੋਗਾਂ ਦੇ ਹਿਸਾਬ ਨਾਲ, ਯਾਨੀ ਤੁਹਾਨੂੰ ਕੋਈ ਗੁਰਦੇ ਦਾ ਵੱਖਰਾ ਰੋਗ ਹੈ ਤਾਂ ਹਮ ਡਾਕਟਰੀ ਸਲਾਹ ਨਾਲ ਲਿਆ ਜਾ ਸਕਦਾ। ਜੇ ਤੁਹਾਨੂੰ ਸ਼ੱਕਰ ਰੋਗ ਹੈ, ਬਲੱਡ ਪ੍ਰੈਸ਼ਰ ਹੈ, ਉਸ ਹਿਸਾਬ ਨਾਲ ਤੁਸੀਂ ਡਾਕਟਰੀ ਸਲਾਹ ਨਾਲ ਲਓ। ਨਹੀਂ ਤਾਂ ਤੁਸੀਂ ਸਮੂਥੀਜ਼ ਬਣਾ ਸਕਦੇ ਹੋ, ਜਿਸ 'ਚ ਸਬਜ਼ੀਆਂ ਤੇ ਫਲ ਦਾ ਤੁਸੀਂ ਰਲਵਾ ਮਿਲਵਾ ਕਰਕੇ ਉਹਨੂੰ ਮਿਕਸੀ 'ਚ ਕਰਕੇ, ਤਾਂ ਕਿ ਤੁਹਾਨੂੰ ਆਰਾਮ ਪੀਣ ਵਿੱਚ ਆਸਾਨੀ ਵੀ ਮਹਿਸੂਸ ਹੋਵੇ, ਉਹ ਲੈ ਸਕਦੇ ਹੋ। ਪਰ ਜੇ ਗਲੇ ਦਾ ਕੈਂਸਰ ਕਿਸੇ ਪੁਰਸ਼ ਨੂੰ ਹੋ ਚੁੱਕਾ ਹੈ ਨਾਲ, ਤਾਂ ਫਿਰ ਉਹਦੇ ਲਈ ਸਗੋਂ ਲਿਕੁਇਡ ਕਈ ਵਾਰ ਇੰਨਾ ਔਖਾ, ਬੜੀ ਹੌਲੀ ਹੌਲੀ ਸਿਪ ਹਮ ਕਰਕੇ ਲੈਣਾ ਪੈਂਦਾ, ਨਹੀਂ ਤਾਂ ਸਾਹ ਦੀ ਨਾਲੀ 'ਚ ਜਾਣ ਦਾ ਖਤਰਾ ਹੁੰਦਾ। ਹਮ ਸੋ ਰੋਜ਼ ਇਹ ਖੁਰਾਕ ਕੈਲਰੀਆਂ ਥੋੜੀ ਥੋੜੀ ਦੇਰ ਬਾਅਦ ਥੋੜੀ ਥੋੜੀ ਚੀਜ਼ ਲਈ ਜਾਏ, ਜਿਸ 'ਚ ਕੰਸਨਟ੍ਰੇਟਿਡ ਕੈਲਰੀਜ਼ ਜਾਣ, ਇਹ ਠੀਕ ਰਹਿੰਦੀ ਜੇ। ਜਿਸ 'ਚ ਤੁਸੀਂ ਹਾਫ ਬੋਇਲਡ ਐਗ ਲੈ ਸਕਦੇ ਹੋ। ਇਸੇ ਤਰ੍ਹਾਂ ਮੀਟ ਜਾਂ ਮੱਛੀ ਦੀ ਤਰੀ ਲੈ ਸਕਦੇ ਹੋ। ਜਦੋਂ ਖਾਣ ਜੋਗੇ ਹੋਵੋ ਤਾਂ ਉਹਨੂੰ ਤੁਸੀਂ ਰੋਸਟ ਕਰਕੇ ਉਹ ਵੀ ਲੈ ਸਕਦੇ ਹੋ। ਇੱਕ ਦੋ ਚੀਜ਼ਾਂ ਸਪਸ਼ਟ ਕਰਦੇ ਹਾਂ, ਪਾਲਕ, ਬਾਥੂ, ਮੇਥੀ, ਇਹਨਾਂ ਨੂੰ ਆਮ ਤੌਰ ਤੇ ਸੁੱਟ ਦਈਦਾ ਅਸੀਂ ਕੁੱਟ ਕੇ ਵੀ ਨਹੀਂ ਲੈਣੇ, ਬਹੁਤ ਵਧੀਆ ਨੇ, ਜ਼ਰੂਰ ਲੈਣੇ ਚਾਹੀਦੇ ਨੇ। ਰਾਗੀ ਦਾ ਆਟਾ, ਰੌਂਗੀ ਨਹੀਂ, ਰੌਂਗੀ ਦਾਲ ਜੇ, ਰਾਗੀ ਦਾ ਆਟਾ ਖਾਓ, ਇਹ ਤੁਹਾਨੂੰ ਛੇਤੀ ਤੰਦਰੁਸਤੀ ਦਿੰਦਾ ਜੇ, ਰਿਕਵਰੀ ਛੇਤੀ ਤੁਹਾਡੇ ਕਰਨ ਵੱਲ ਨੂੰ ਸਹਾਈ ਹੁੰਦਾ ਜੇ। ਇੱਕ ਦੇ ਨਾਲ ਰੋਜ਼ ਦੀ ਸੈਰ ਤੇ ਹਲਕੀ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ, ਕਿਸੇ ਵੀ ਹਾਲ 'ਚ ਹੋਵੋ। ਤੁਰਨਾ ਫਿਰਨਾ, ਘੁੰਮਣਾ, ਜੋੜ ਹਿਲਾਉਣੇ ਜ਼ਰੂਰੀ ਨੇ। ਇਹ ਤੁਹਾਨੂੰ ਬਿਮਾਰੀ ਨਾਲ ਲੜਨ ਦੀ ਤਾਕਤ ਬਖਸ਼ਦੇ ਨੇ। ਤੇ ਹੁਣ ਦੋ ਹੀ ਗੱਲਾਂ ਰਹਿ ਗਈਆਂ, ਜੇ ਸਮਾਂ ਇਜਾਜ਼ਤ ਦੇਵੇ ਇੱਕ ਇੱਕ ਲਾਈਨ 'ਚ ਦੱਸਦੇ ਹਾਂ ਕਿ ਗਰਭ ਠਹਿਰ ਸਕਦਾ ਜਾਂ ਨਹੀਂ, ਜੇ ਜੀ ਸਮਾਂ। ਬਿਲਕੁਲ ਬਿਲਕੁਲ, ਕਿਉਂਕਿ ਉਹ ਜ਼ਰੂਰੀ ਵੀ ਬਹੁਤ ਨੇ। ਸਵਾਲ ਸਾਰਿਆਂ ਦੇ ਜ਼ਿਹਨ ਦੇ ਵਿੱਚ ਹੋਣਗੇ ਕਿ ਜੇਕਰ ਜਿਹੜੀ ਅਸੀਂ ਉਮਰ ਦੱਸੀਏ ਕਿ ਐਲੀਜੀਬਿਲਿਟੀ ਉਮਰ ਜਿਹੜੀ ਨੈਸ਼ਨਲ ਰਿਕਾਰਡਸ ਦੇ ਹਿਸਾਬ ਨਾਲ ਵੀ ਹੈ 21 ਤੋਂ 31 ਸਾਲ, ਕਿਉਂਕਿ ਅੱਜ ਕੱਲ੍ਹ ਬਥੇਰੀ ਕੁੜੀਆਂ ਨੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਸਰੀਰਕ ਸੰਬੰਧ ਬਣ ਜਾਂਦੇ ਨੇ, ਲੇਕਿਨ ਕਈ ਵਾਰ ਹੁੰਦਾ ਹੈ ਕਿ ਵਿਆਹ ਲਈ ਉਡੀਕ ਕਰਦੀਆਂ ਨੇ, ਆਪਣੇ ਕਰੀਅਰ ਵੱਲ ਧਿਆਨ ਦੇ ਰਹੀਆਂ ਹੁੰਦੀਆਂ ਨੇ। ਕਿ ਅਗਰ ਉਹਨਾਂ ਦੇ ਵਿੱਚ ਕੁਝ ਅਜਿਹੇ ਲੱਛਣ ਪਾਏ ਜਾਂਦੇ ਨੇ ਤਾਂ ਉਸ ਤੋਂ ਬਾਅਦ ਗਰਭ ਠਹਿਰ ਸਕਦਾ, ਉਹਨਾਂ ਦਾ ਪਰਿਵਾਰ ਅੱਗੇ ਵੱਧ ਸਕਦਾ ਹੈ? ਬਹੁਤ ਜ਼ਰੂਰੀ ਸਵਾਲ ਹੈ ਜਿਸ ਦਾ ਜਵਾਬ ਜਾਣਨਾ ਜ਼ਰੂਰੀ ਹੈ। ਜੀ,
ਜੇ ਤਾਂ ਕੈਂਸਰ ਫੈਲ ਚੁੱਕਿਆ, ਪੂਰੇ ਬੱਚੇਦਾਨੀ ਕੱਢਣੀ ਪੈ ਰਹੀ ਹੈ, ਫਿਰ ਤਾਂ ਇਹ ਸੰਭਵ ਨਹੀਂ ਹੈ। ਅਡਾਪਸ਼ਨ ਉਹਨਾਂ ਲਈ ਫਿਰ ਇੱਕ ਕਾਫੀ ਬਿਹਤਰ ਸਗੋਂ ਅਲਟਰਨੇਟਿਵ ਹੈ, ਜੋ ਕਿ ਅਸੀਂ ਢੇਰਾਂ ਦੀਆਂ ਢੇਰ ਧੀਆਂ ਸੁੱਟ ਰਹੇ ਹਾਂ ਕੂੜਿਆਂ ਦੇ ਢੇਰ ਤੇ। ਮੇਰਾ ਖਿਆਲ ਹੈ ਜੇ ਉਹਨਾਂ ਨੂੰ ਅਸੀਂ ਅਡਾਪਟ ਕਰ ਸਕੀਏ ਤਾਂ ਬਹੁਤ ਅੱਛੀ ਗੱਲ ਹੈ, ਕਿਉਂਕਿ ਅਸੀਂ ਸਜ਼ਾਵਾਂ ਦੇਣ 'ਚ ਤਾਂ ਯਕੀਨ ਹੀ ਨਹੀਂ ਕਰਦੇ ਕਿ ਜਿਨ੍ਹਾਂ ਨੇ ਆਪਣੀ ਧੀ ਮਾਰੀ ਹੈ ਨੂੰ ਵੀ ਇਸੇ ਤਰ੍ਹਾਂ ਮਾਰਨਗੇ। ਕਿਉਂ ਨਾ ਉਹ ਸਜ਼ਾ ਦੇ ਹੱਕਦਾਰ ਹੋਣ, ਪਰ ਅਸੀਂ ਇਸ ਪਾਸੇ ਵੱਲ ਧਿਆਨ ਦਿੰਦੇ ਹੀ ਨਹੀਂ। ਖੈਰ, ਜੇ ਸ਼ੁਰੂਆਤੀ ਦੌਰ ਵਿੱਚ ਇਹ ਲੱਭ ਲਿਆ ਜਾਵੇ ਤਾਂ ਬੱਚੇਦਾਨੀ ਦਾ ਕੁਝ ਹਿੱਸਾ ਬਚਾਇਆ ਜਾ ਸਕਦਾ ਹੈ। ਇਹ ਕੇਸ ਸਾਹਮਣੇ ਆ ਚੁੱਕੇ ਨੇ। ਇਸ ਆਪਰੇਸ਼ਨ ਦਾ ਨਾਂ ਵੀ ਰੈਡੀਕਲ ਟ੍ਰੈਕੀਲੈਕਟਮੀ ਕਹਿੰਦੇ ਨੇ, ਕਿ ਅਸੀਂ ਉਹ ਕੁਝ ਹਿੱਸਾ ਬਚਾ ਲੈਂਦੇ ਹਾਂ ਤਾਂ ਕਿ ਗਰਭ ਠਹਿਰ ਸਕੇ, ਤਾਂ ਉਹ ਮਾਂ ਬਣ ਸਕਦੀ ਹੁੰਦੀ ਜੇ। ਹੁਣ ਇਹਦੇ ਵਿੱਚ ਉਮਰ ਲੰਮੀ ਭੋਗਣ ਦਾ ਜ਼ਰੂਰ ਮੈਂ ਦੱਸ ਦਿਆਂ ਕਿ ਜੇ ਸ਼ੁਰੂਆਤੀ ਦੌਰ ਵਿੱਚ ਲੱਭ ਲਿਆ ਜਾਵੇ ਤਾਂ ਇਸ ਤੋਂ ਬਚਾਓ ਹੋ ਸਕਦਾ ਜੇ। ਪਰ ਜੇ ਇਹ ਸਾਰੇ ਸਟੇਜ 4 ਤੇ ਪਹੁੰਚ ਚੁੱਕਿਆ, ਸਾਰੇ ਸਰੀਰ 'ਚ ਫੈਲ ਚੁੱਕਿਆ, ਤਾਂ ਉਮਰ ਬਹੁਤ ਥੋੜੀ ਰਹਿ ਜਾਂਦੀ ਜੇ, ਜਿਸ ਵਿੱਚ ਕਈ ਵਾਰ ਤਾਂ 6 ਤੋਂ 8 ਮਹੀਨੇ ਹੀ ਔਖੇ ਲੰਘਦੇ ਨੇ, ਮੈਕਸਿਮਮ ਸਾਲ। ਪਰ ਜੇ ਨਾ ਫੈਲਿਆ ਹੋਵੇ, ਤੁਸੀਂ ਖੁਸ਼ ਹੋਣਗੇ ਸਾਡੇ ਸਰੋਤੇ ਜੇ ਉਹ ਸੁਣ ਜਾਂ ਵੇਖ ਰਹੇ ਨੇ ਕਿ ਸਾਡੇ ਕੋਲ 66% ਇਸ ਵੇਲੇ ਭਾਰਤ ਵਰਗੇ ਮੁਲਕ ਵਿੱਚ ਵੀ 5 ਸਾਲ ਤੱਕ ਔਰਤਾਂ ਨੂੰ ਕੁਝ ਨਹੀਂ ਹੁੰਦਾ, ਇਸ ਉਮਰ ਨੂੰ ਜੀ ਲੈਂਦੀਆਂ ਨੇ। ਜੇ ਕੈਂਸਰ ਫੈਲਿਆ ਬਹੁਤਾ ਨਹੀਂ ਤੇ ਇਲਾਜ ਸਹੀ ਕਰ ਲਿਆ, ਯਾਨੀ 5 ਸਾਲ ਅਸੀਂ ਇੱਕ ਏਜ ਗਿਣਦੇ ਹਾਂ ਜਿਸ ਵਿੱਚ ਜੇ ਬੰਦਾ ਬਚਿਆ ਰਹਿ ਸਕੇ ਤਾਂ ਲੰਬੀ ਉਮਰ ਭੋਗ ਲੈਂਦਾ। ਤਾਂ 66% ਬਹੁਤ ਵੱਡੀ ਗਿਣਤੀ ਜੇ, ਜਿਹੜੀ ਕਿ ਅਸੀਂ ਜੇ ਦੋ ਹੀ ਚੀਜ਼ਾਂ ਦਾ ਖਿਆਲ ਸਿਰਫ ਰੱਖਣਾ ਜੇ, ਤੀਜੀ ਦਾ ਨਹੀਂ, ਕਿ ਟੀਕਾ ਹਰ ਬੇਟੇ ਨੂੰ ਵੀ ਹਰ ਬੇਟੀ ਨੂੰ ਵੀ ਲਵਾਇਆ ਜਾਵੇ, ਬਚਾਓ ਲਈ ਸਾਡੇ ਕੋਲ ਹੈ। ਤੇ ਇਸੇ ਤਰ੍ਹਾਂ ਜੇ ਲੱਛਣ ਦਿਸੇ ਨੇ, ਤੁਰੰਤ ਟੈਸਟ ਪਲੀਜ਼ ਦਿਮਾਗ ਵਿੱਚੋਂ ਕੱਢ ਦਿਓ। ਇਹ ਤੁਹਾਡੀ ਆਪਣੀ ਜ਼ਿੰਦਗੀ ਲਈ ਆਪ ਜਾਓ ਕਿ ਸਾਡੇ ਟੈਸਟ ਕਰਾ ਕੇ ਦਿਓ, ਨਹੀਂ ਤਾਂ ਆਪ ਤੁਸੀਂ ਕਿਤੇ ਵੀ ਅਲਟਰਾਸਾਊਂਡ ਵਾਲੇ ਸੈਂਟਰ ਤੇ ਜਾ ਕੇ ਕਰ ਸਕਦੇ ਹੋ। ਜੇ 1% ਵੀ ਰਿਸਕ ਲੱਗੇ, ਤੁਰੰਤ ਡਾਕਟਰ ਕੋਲ ਅੰਦਰੂਨੀ ਚੈੱਕਅਪ ਕਰਾ ਕੇ, ਪੈਪਸਮੀਅਰ ਜਾਂ ਬਾਇਓਪਸੀ ਕਰਾ ਕੇ ਇਮੀਡੀਏਟਲੀ ਟ੍ਰੀਟਮੈਂਟ ਸ਼ੁਰੂ ਕਰਨ ਨਾਲ ਤੁਸੀਂ ਲੰਬੀ ਉਮਰ ਭੋਗ ਸਕਦੇ ਹੋ। ਤੇ ਮੈਨੂੰ ਲੱਗਦਾ ਹੈ ਸਾਂਝਾ ਟੀਵੀ ਦੀ ਪੂਰੀ ਟੀਮ ਮੇਰੇ ਸਮੇਤ ਅਸੀਂ ਹਮੇਸ਼ਾ ਦੁਆ ਹੀ ਮੰਗੀਏ ਕਿ ਤੁਸੀਂ ਖੁਸ਼ ਰਹੋ, ਆਬਾਦ ਰਹੋ, ਲੰਬੀਆਂ ਉਮਰਾਂ ਭੋਗੋ। ਇਸ ਤੋਂ ਬਾਅਦ ਅਸੀਂ ਕਦੇ ਦੁਆ ਕੋਈ ਹੋਰ ਮੰਗੀ ਨਹੀਂ। ਤੇ ਜੇ ਇੰਨਾ ਕੁ ਸਾਡਾ ਅੱਜ ਦਾ ਪ੍ਰੋਗਰਾਮ ਸੱਚ ਦੱਸਦੀ ਆ, ਇੱਕ ਵੀ ਔਰਤ ਦੀ ਸਾਡੀ ਜਾਂ ਇੱਕ ਵੀ ਸਾਡੇ ਵੀਰ ਦੀ ਉਮਰ ਬਚਾ ਸਕਦਾ, ਉਹਨੂੰ ਲੰਬੀ ਉਮਰ ਦੇ ਸਕਦਾ ਹੋਏ, ਜ਼ਿੰਦਗੀ ਬਚਾ ਸਕਦਾ ਹੋਏ, ਸਾਡਾ ਅੱਜ ਦਾ ਪ੍ਰੋਗਰਾਮ ਸਫਲ ਹੋ ਜਾਏ। ਬਿਲਕੁਲ ਬਿਲकुल ਬਿਲਕੁਲ, ਕਿਉਂਕਿ ਕੋਸ਼ਿਸ਼ ਇਹੀ ਹੈ ਇਸ ਪ੍ਰੋਗਰਾਮ ਦੇ ਰਾਹੀਂ, ਕਿਉਂਕਿ ਮੈਂ ਸਟਾਰਟਿੰਗ 'ਚ ਵੀ ਜ਼ਿਕਰ ਕੀਤਾ ਕਿ ਅਸੀਂ ਅਕਸਰ ਅਜਿਹੀਆਂ ਟਰਮਸ ਆਪਣੀ ਜ਼ਿੰਦਗੀ ਦੇ ਵਿੱਚ ਰੋਜ਼ਮਰਾ ਦੇ ਵਿੱਚ ਸੁਣਦੇ ਹੁੰਦੇ ਆ, ਲੇਕਿਨ ਅਸੀਂ ਉਸ ਨੂੰ ਨਿਗਲੈਕਟ ਕਰ ਜਾਵੇਂ। ਜਿਸ ਤਰੀਕੇ ਨਾਲ ਅਸੀਂ ਪਿਛਲੇ ਹਫਤੇ OCD ਦਾ ਜ਼ਿਕਰ ਕੀਤਾ ਸੀਗਾ, ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਗੁੱਸਾ ਕਦੋਂ ਇੱਕ ਭਿਆਨਕ ਬਿਮਾਰੀ ਵੀ ਬਣ ਸਕਦਾ, ਸੋਚ ਕਦੋਂ ਇੱਕ ਭਿਆਨਕ ਬਿਮਾਰੀ ਦਾ ਰੂਪ ਵੀ ਧਾਰਨ ਕਰ ਸਕਦੀ ਹੈ, ਅਸੀਂ ਸੋਚ ਵੀ ਨਹੀਂ ਸਕਦੇ। ਸੋ ਇਸ ਤਰੀਕੇ ਦੇ ਨਾਲ ਚੀਜ਼ਾਂ ਨੇ, ਬਸ ਉਸ ਨੂੰ ਨਿਗਲੈਕਟ ਨਹੀਂ ਕਰਨਾ। ਸੁਨੇਹਾ ਅਖੀਰ ਦੇ ਵਿੱਚ ਹਰ ਸ਼ੋਅ ਦੇ ਦੌਰਾਨ ਇਹੀ ਜਾਂਦਾ ਹੈ ਕਿ ਤੁਹਾਡੀ ਸਿਹਤ, ਤੁਹਾਡੀ ਜ਼ਿੰਦਗੀ ਤੁਹਾਡੇ ਲਈ ਬਹੁਤ ਕੀਮਤੀ ਹੈ, ਕਿ ਤੁਹਾਡੇ ਨਾਲ ਹੀ ਤੁਹਾਡਾ ਪਰਿਵਾਰ ਹੈ, ਤੁਹਾਡੇ ਨਾਲ ਹੀ ਸਮਾਜ ਹੈ। ਜੇਕਰ ਤੁਸੀਂ ਸੈਲਫ ਕੇਅਰ ਕਰੋਗੇ, ਖੁਦ ਖੁਸ਼ ਰਹੋਗੇ, ਆਪਣੇ ਬਾਰੇ ਸੋਚੋਗੇ, ਤਾਂ ਹੀ ਆਪਣੇ ਪਰਿਵਾਰ, ਆਪਣੇ ਰਿਸ਼ਤੇਦਾਰ, ਆਪਣੇ ਹਾਣੀ, ਆਪਣੇ ਦੋਸਤ ਤੇ ਸਮਾਜ ਨੂੰ ਵੀ ਚੰਗਾ ਬਣਾ ਸਕੋਗੇ। ਸੋ ਮੈਮ, ਅੱਜ ਦੀ ਜੀ ਇੱਕ ਆਖਰੀ ਬਸ ਜੀ ਲਾਈਨ ਬੋਲਣਾ ਚਾਹੁੰਦੀ ਹਾਂ ਕਿ ਅੱਜ ਹਰ ਵੀਰ ਨੂੰ, ਹਰ ਪਿਤਾ ਨੂੰ, ਹਰ ਬੱਚੇ ਨੂੰ ਬੇਨਤੀ ਕਰਦੀ ਹਾਂ ਕਿ ਜੇ ਉਹਨਾਂ ਨੇ ਆਪ ਵੀ ਤੰਦਰੁਸਤ ਰਹਿਣਾ ਤੇ ਆਪਣੀ ਸਾਥਣ ਵੀ ਤੰਦਰੁਸਤ ਰੱਖਣੀ ਹੈ, ਤਾਂ ਕੈਲੰਡਰ ਤੇ ਨੋਟ ਕਰ ਲਓ ਕਿ ਭਾਈ 3 ਸਾਲ ਹੋ ਚੱਲੇ ਨੇ, ਕਰਾਣਾ ਤਾਂ ਹਰ ਹਾਲ ਵਿੱਚ ਹੈ, ਬਿਲਕੁਲ। ਕਿਉਂਕਿ ਇਹਦੇ ਨਾਲ ਸਾਡੇ ਦੋਨਾਂ ਦੀ ਸਿਹਤ ਜੁੜੀ ਹੈ। ਤਾਂ ਇਹ ਜੇ ਸ਼ੁਰੂ ਕਰ ਲਿਆ ਜਾਏ ਤਾਂ ਬਹੁਤ ਵਧੀਆ ਕੰਮ ਹੋਏਗਾ। ਬਿਲਕੁਲ ਬਹੁਤ ਧੰਨਵਾਦ, ਬਹੁਤ ਬਹੁਤ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਮੈਮ, ਸਤਿ ਸ਼੍ਰੀ ਅਕਾਲ। ਸੋ ਅੱਜ ਦੀ ਸਾਂਝੀ ਗੱਲਬਾਤ ਦੀ ਖਾਸ ਪੇਸ਼ਕਸ਼ ਦੇ ਵਿੱਚ ਨਹੀਂ, ਦੇਸ਼ ਵਿਦੇਸ਼ ਦੀ तमाम ਖਬਰਾਂ ਦੇ ਲਈ ਤੁਸੀਂ ਬਣੇ ਰਹੋ ਸਾਂਝਾ ਟੀਵੀ ਦੇ ਨਾਲ। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।